ਜਜਨ ਭਜਨ ਮਮ ਖਾਲਸਾ। ਖਾਲਸਾ ਪੂਜਬੇ ਜੋਗ, ਦਾਸ ਗੋਬਿੰਦ ਫਤਿਹ ਖਾਲਸਾ। ਦਰਸ ਪਰਸ ਮਿਟੈ ਸੋਗ, ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸੋ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਪੰਚੋ ਕੋ ਸਮਰੱਥ ਕਰ, ਸਭ ਬਿਦ ਸ੍ਰੀ ਗੁਰਦੇਵ। ਸਾਦਰ ਤਿਨੋ ਬਿਠਾਏ ਕਰ, ਲਖੈ ਨ ਕੋ ਗੁਰ ਭੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਆਪ ਧੰਨ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੇ ਹੋ। ਸਤਿਗੁਰੂ ਪਾਤਸ਼ਾਹ ਜੀਆਂ ਨੇ ਖਾਲਸਾ ਪੰਥ ਸਾਜਿਆ ਹੈ। ਪੰਜ ਸਿੰਘ ਸਾਹਿਬਾਨ ਨੂੰ ਅੰਮ੍ਰਿਤ ਦੀ ਦਾਤ ਮਹਾਰਾਜ ਜੀਆਂ ਨੇ ਬਖਸ਼ੀ ਹੈ। ਫਿਰ ਪੰਜਾਂ ਨੂੰ ਮਰਿਆਦਾ ਦੱਸੀ ਹੈ, ਜਿਵੇਂ ਕਿ ਪੰਜ ਬਾਣੀਆਂ ਦਾ ਨਿਤਨੇਮ ਵਿਚਾਰ ਵਜਰ ਕੁਰੈਤਾਂ ਨਹੀਂ ਕਰਨੀਆਂ, ਪੰਜਾਂ ਦੇ ਨਾਲ ਮੇਲ ਨਹੀਂ ਕਰਨਾ, ਪੰਜਾਂ ਦਾ ਵਿਸਾਹ ਨਹੀਂ ਕਰਨਾ। ਇਹ ਸਾਰੀ ਮਰਿਆਦਾ ਜਿਹੜੀ ਹੈ ਆਪਾਂ ਪਿਛਲੇ ਦਿਨਾਂ ਤੋਂ ਲੜੀਵਾਰ ਕਥਾ ਦੇ ਅੰਦਰ ਬੜੀ ਬਰੀਕੀ ਨਾਲ ਸਰਵਣ ਕਰਦੇ ਆਏ ਹਾਂ। ਤਨਖਾਹਨਾਮਾ ਭਾਈ ਨੰਦ ਲਾਲ ਜੀਆਂ ਦਾ ਵੀ ਆਪਾਂ ਸਰਵਣ ਕੀਤਾ ਹੈ। ਅੱਜ ਮਹਾਰਾਜ ਅੱਗੇ ਕੀ ਕੌਤਕ ਕਰਨਗੇ ਉਹ ਆਪਾਂ ਇਤਿਹਾਸ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਓ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾਓ ਪੰਚੋ ਕੋ ਸਮਰੱਥ ਕਰ, ਸਭ ਬਿਦ ਸ੍ਰੀ ਗੁਰਦੇਵ। ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਹ ਜਿਹੜੇ ਪੰਜ ਪਿਆਰੇ ਸਾਹਿਬਾਨ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਅੰਮ੍ਰਿਤ ਛਕਾਉਣ ਦੇ ਨਾਲ ਨਾਲ ਮਹਾਰਾਜ ਨੇ ਸਾਰੇ ਤਰੀਕਿਆਂ ਨਾਲ ਸਮਰੱਥ ਕਰ ਦਿੱਤਾ। ਚਾਰ ਚਫੇਰਿਓਂ ਯੋਗਤਾ ਹੀ ਯੋਗਤਾ ਵਿੱਚ ਭਰ ਦਿੱਤੀ ਹੈ, ਕਿਸੇ ਪਾਸਿਓਂ ਕੋਈ ਕਮੀ ਨਹੀਂ ਰਹਿ ਗਈ ਹੈ। ਜੇ ਭਜਨ ਕਰਨਗੇ ਤਾਂ ਵੀ ਪੂਰਾ ਹੋਵੇਗਾ, ਜੇ ਅੰਮ੍ਰਿਤ ਤਿਆਰ ਕਰਨਗੇ ਤੇ ਉਹ ਵੀ ਜਿਹੜਾ ਛਕੇਗਾ ਗੁਰੂ ਵਾਲਾ ਬਣੇਗਾ। ਪੰਜਾਂ ਨੂੰ ਆਪਣਾ ਬਾਣਾ ਵੀ ਬਖਸ਼ਿਆ, ਬਾਣੀ ਵੀ ਬਖਸ਼ੀ ਹੈ, ਰਹਿਤ ਵੀ ਦੱਸੀ ਹੈ। ਉਹਨਾਂ ਪੰਜਾਂ ਪਿਆਰਿਆਂ ਨੂੰ ਮਹਾਰਾਜ ਨੇ ਆਪਣੇ ਵਰਗਾ ਸਮਰੱਥ ਬਣਾ ਲਿਆ ਹੈ। ਸਾਦਰ ਤਿਨੋ ਬਿਠਾਏ ਕਰ, ਲਖੈ ਨ ਗੁਰ ਭੇਵ। ਸਤਿਗੁਰਾਂ ਨੇ ਬੜੇ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾਇਆ, ਪਰ ਗੁਰਮੁਖੋ ਗੁਰੂ ਦੇ ਭੇਦ ਨੂੰ ਜਾਣਦਾ ਕੋਈ ਨਹੀਂ। ਮਹਾਰਾਜ ਨੇ ਕੀ ਕਰ ਦੇਣਾ। ਖਿਨਮੈ ਅਵਰ ਖਿਨਹਿ ਮੈਂ ਅਵਰਾ, ਇਹ ਗੁਰਬਾਣੀ ਦਾ ਬਚਨ ਹੈ, ਮਾਂ ਵਾਕ ਗੁਰਬਾਣੀ ਦਾ। ਪਰਮਾਤਮਾ ਇੱਕ ਛਿਣ ਵਿੱਚ ਤੂੰ ਕੁਝ ਹੋਰ ਹੈ, ਦੂਜੇ ਛਿਣ ਵਿੱਚ ਕੁਝ ਹੋਰ ਕਰ ਦਿੰਦਾ। ਅਚਰਜ ਚਲਤ ਤੁਮਾਰੇ, ਤੁਹਾਡੇ ਜਿਹੜੇ ਕੌਤਕ ਨੇ ਹੈਰਾਨ ਕਰਨ ਵਾਲੇ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ, ਇਹ ਬਾਣੀ ਦਾ ਬਚਨ ਹੈ। ਜਿੱਥੇ ਨਦੀ ਵਹਿੰਦੀ ਪਈ ਹੈ ਨਾ, ਜੇ ਪਰਮਾਤਮਾ ਚਾਹਵੇ ਤੇ ਉੱਥੇ ਟਿੱਬਾ ਬਣ ਜਾਂਦਾ। ਤੇ ਜਿੱਥੇ ਰੇਤਾ ਦਾ ਢੇਰ ਲੱਗਿਆ ਹੋਇਆ ਨਾ, ਰੇਗਿਸਤਾਨ ਹੈ, ਪਰਮਾਤਮਾ ਚਾਹਵੇ ਤੇ ਉੱਥੇ ਸਮੁੰਦਰ ਦੇ ਪਾਣੀ ਨੂੰ ਲਿਆ ਕੇ ਖੜਾ ਕਰ ਦੇਵੇ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਪਰਮਾਤਮਾ ਜਾਂ ਪਰਮਾਤਮਾ ਦਾ ਰੂਪ ਸਤਿਗੁਰੂ ਜੀ ਇੱਕ ਛਿਣ ਵਿੱਚ ਤੁਸੀਂ ਕੀ ਕਰਨਾ, ਦੂਜੇ ਛਿਣ ਵਿੱਚ ਕੀ ਕਰ ਦੇਣਾ, ਕਿਸੇ ਨੂੰ ਨਹੀਂ ਪਤਾ।
ਭਾਈ ਸੰਤੋਖ ਸਿੰਘ ਕਹਿ ਰਹੇ ਨੇ, ਕਹਿਣ ਲੱਗੇ ਮਹਾਰਾਜ ਨੇ ਬੜੇ ਸਤਿਕਾਰ ਦੇ ਨਾਲ ਉਹ 5 ਸਿੰਘ ਸਾਹਿਬਾਨ ਆਪਣੇ ਕੋਲ ਬਿਠਾਏ, ਪਰ ਮਹਾਰਾਜ ਦੇ ਭੇਦ ਨੂੰ ਕੋਈ ਜਾਣਦਾ ਨਹੀਂ ਹੈ। ਸਾਦਰ ਤਿਨੋਂ ਬਿਠਾਏ ਕਰ ਲਖੈ ਨ ਕੋ ਗੁਰ ਭੇਵ। ਸਤਿਗੁਰਾਂ ਦੇ ਭੇਦ ਨੂੰ ਕੋਈ ਨਹੀਂ ਜਾਣਦਾ, ਮਹਾਰਾਜ ਦੀ ਰਮਜ ਨੂੰ ਕੋਈ ਨਹੀਂ ਜਾਣਦਾ। ਐਸੇ ਮਹਾਰਾਜ ਦੀਆਂ ਗੁੱਝੀਆਂ ਰਮਜਾਂ ਹਨ। ਕਵਿਤ ਪੂਰਨ ਪਰਮ ਜੋਤ ਪੰਥ ਕੇ ਉਦੋਤ ਪ੍ਰਭੂ। ਸਤਿਗੁਰੂ ਪਾਤਸ਼ਾਹ ਜੀ ਪੂਰਨ ਨੇ, ਪਰਮੇਸ਼ਰ ਦੇ ਵਾਣ। ਪੂਰਨ ਪਰਮ ਜੋਤ, ਜੋ ਪਰਮ ਜੋਤ ਸਭ ਤੋਂ ਵੱਡੀ ਜੋਤ ਅਕਾਲ ਪੁਰਖ ਨਿਰੰਕਾਰ ਹੈ, ਉਹਦਾ ਰੂਪ ਨੇ ਮਹਾਰਾਜ ਦੀ, ਜਿਨ੍ਹਾਂ ਨੇ ਪੰਥ ਨੂੰ ਪ੍ਰਗਟ ਕੀਤਾ ਹੈ। ਪੰਥ ਰੂਪੀ ਦਿਨ ਚੜ੍ਹਿਆ, ਜਾਂ ਕਹਿ ਲਈਏ ਪੰਥ ਰੂਪੀ ਸੂਰਜ ਚੜ੍ਹਿਆ ਹੈ। ਇਹ ਕਿਵੇਂ ਚੜ੍ਹਿਆ? ਕਿਉਂਕਿ ਪ੍ਰਮਾਤਮਾ ਦੀ ਮੌਜ ਹੈ। ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਇਹ ਉਹਦਾ ਮੌਜ ਹੈ, ਉਹਦੀ ਹੁਕਮ ਹੈ, ਤੇ ਉਹਦੇ ਹੁਕਮ ਦੇ ਵਿੱਚ ਇਹ ਪੰਥ ਮਹਾਰਾਜ ਨੇ ਪੈਦਾ ਕੀਤਾ ਹੈ। ਉੱਠ ਕੇ ਸਿੰਘਾਸਨ ਤੇ ਖਰੇ ਆਪ ਹੋਏ ਕਰ। ਗੁਰਮੁਖੋ ਪੰਜਾਂ ਪਿਆਰਿਆਂ ਨੂੰ ਦਿੱਤਾ ਬਿਠਾ ਪਲੰਗੇ ਦੇ ਉੱਪਰ, ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਲੰਗੇ ਤੋਂ ਉੱਠ ਕੇ ਖੜੇ ਹੋ ਗਏ। ਇੰਨਾ ਸਤਿਕਾਰ ਪੰਥ ਨੂੰ, ਇੰਨਾ ਸਤਿਕਾਰ ਸਿੱਖ ਨੂੰ, ਇੰਨਾ ਸਤਿਕਾਰ ਸਿੰਘ ਨੂੰ ਮਹਾਰਾਜ ਨੇ ਬਖਸ਼ਿਆ। ਪੰਜਾਂ ਪਿਆਰਿਆਂ ਨੂੰ ਨਿਵਾਜਣ ਵਾਲੇ ਆਪ ਨੇ, ਬਣਾਉਣ ਵਾਲੇ ਆਪ ਨੇ, ਅੰਮ੍ਰਿਤ ਛਕਾਉਣ ਵਾਲੇ ਆਪ ਨੇ, ਆਪਣਾ ਰੂਪ ਦੇਣ ਵਾਲੇ ਆਪ ਨੇ। ਆਪਾਂ ਕਹਿ ਦਿੰਦੇ ਹਾਂ ਵੀ ਮਹਾਰਾਜ ਨੇ ਪਰਿਵਾਰ ਵਾਰਿਆ, ਇਕੱਲਾ ਪਰਿਵਾਰ ਨਹੀਂ ਵਾਰਿਆ, ਮਹਾਰਾਜ ਨੇ ਤੇ ਰੱਖਿਆ ਹੀ ਕੁਝ ਨਹੀਂ ਹੈ ਕੋਲ, ਸਭ ਕੁਝ ਆਪਣਾ ਦੇ ਦਿੱਤਾ। ਇੱਥੋਂ ਤੱਕ ਕਿ ਗੁਰੂ ਦੇ ਵਾਂਗ ਸਮਰੱਥ ਬਣਾ ਦਿੱਤਾ, ਜਿਹੜਾ ਗੁਰੂ ਨੂੰ ਵੀ ਤਨਖਾਹ ਲਾ ਦੇਵੇ। ਇਹ ਬਖਸ਼ਿਸ਼ ਕਿਹਨੇ ਕੀਤੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਆਪਣੇ ਖਾਲਸੇ ਨੂੰ ਐਡਾ ਵੱਡਾ ਬਣਾਇਆ ਹੈ। ਜੇ ਸਮਾਂ ਆਵੇਗਾ ਤੇ ਖਾਲਸਾ ਗੁਰੂ ਨੂੰ ਹੁਕਮ ਕਰਦਾ ਪਿਆ। ਸਾਡੇ ਸਾਹਮਣੇ ਇਤਿਹਾਸ ਆ ਜਾਂਦਾ ਨਾ ਚਮਕੌਰ ਦੀ ਗੜੀ ਵਾਲਾ। ਗੁਰੂ ਦੇ ਬਣਾਏ ਹੋਏ ਸੇਵਕ ਗੁਰੂ ਨੂੰ ਹੁਕਮ ਕਰਦੇ ਪਏ ਵੀ ਤੁਹਾਨੂੰ ਇਹ ਗੜੀ ਛੱਡ ਕੇ ਜਾਣਾ ਪਵੇਗਾ, ਔਰ ਬਚਨ ਗੁਰੂ ਨੂੰ ਮੰਨਣਾ ਪੈ ਰਿਹਾ। ਇਹ ਸਮਰੱਥਾ ਕਿਹਨੇ ਬਖਸ਼ੀ ਹੈ? ਆਪੇ ਹੀ ਬਖਸ਼ੀ ਹੈ, ਇਕੱਲਾ ਪਰਿਵਾਰ ਨਹੀਂ ਵਾਰਿਆ। ਉਹਨਾਂ ਨੇ ਤੇ ਸਾਰੀਆਂ ਤਾਕਤਾਂ ਆਪਣੇ ਖਾਲਸੇ ਨੂੰ ਦੇ ਦਿੱਤੀਆਂ। ਪੰਜਾਂ ਪਿਆਰਿਆਂ ਨੂੰ ਬਿਠਾ ਕੇ ਆਪਣੇ ਪਲੰਗ ਦੇ ਉੱਪਰ, ਤੇ ਮਹਾਰਾਜ ਆਪ ਉੱਠ ਪਏ। ਤੇ ਉੱਠ ਕੇ ਉਸ ਵੇਲੇ ਬੜੀ ਨਿਮਰਤਾ ਦੇ ਨਾਲ, ਬੜੇ ਪਿਆਰ ਦੇ ਨਾਲ ਬਚਨ ਮੁਖ ਤੋਂ ਕਹਿੰਦੇ ਹਨ, ਵਾਹਿਗੁਰੂ ਉਵਾਜਤ ਸੋ ਪਹੁਲ ਕੋ ਜਾਚਤ ਬੇਸਾਲ। ਸਾਰਿਆਂ ਤੋਂ ਉੱਠ ਕੇ ਪਹਿਲਾਂ ਮਹਾਰਾਜ ਜੀਆਂ ਨੇ ਪੰਜਾਂ ਸਿੰਘਾਂ ਸਾਹਿਬਾਂ ਨੂੰ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ 10ਵੇਂ ਪਾਤਸ਼ਾਹ ਨੇ ਆ ਬੁਲਾਈ। ਆਖਿਆ ਗੁਰੂ ਕਿਉ ਸਿੱਖੋ, ਇਹ 5 ਸਿੰਘ ਪਰਮੇਸ਼ਰ ਦਾ ਰੂਪ ਨੇ, ਮੈਂ ਆਪ ਜੀ ਦੇ ਨਾਲ ਫਤਿਹ ਸਾਂਝੀ ਕਰਦਾ। ਜਦੋਂ ਮਹਾਰਾਜ ਨੇ ਫਤਿਹ ਬੁਲਾਈ ਹੈ ਨਾ, ਤੇ ਫਿਰ ਅੱਗੋਂ ਪੰਜਾਂ ਸਿੰਘਾਂ ਸਾਹਿਬਾਂ ਨੇ ਵੀ ਫਤਿਹ ਬੁਲਾਈ ਹੈ। ਫਤਿਹ ਬੁਲਾਉਣ ਤੋਂ ਮਗਰੋਂ ਆਪਣੇ ਖਾਲਸੇ ਨੂੰ ਖੁਸ਼ ਹੁੰਦਿਆਂ ਵੇਖ ਕੇ ਫਿਰ ਬਚਨ ਕਰਦੇ ਹਨ, ਵਿਸਾਲ ਤੇਜ ਰਾਚਤ ਇਕੱਤਰ ਕਰ ਦੋਏ ਕਰੋ। ਕਹਿਣ ਲੱਗੇ ਉਬਾਚਤ ਸੋ ਪਹੁਲ ਕੋ। ਆਖਿਆ ਖਾਲਸਾ ਜੀ ਸਾਨੂੰ ਵੀ ਅੰਮ੍ਰਿਤ ਛਕਾਓ। ਇਹ ਮਹਾਰਾਜ ਨੇ ਆਪ ਬਚਨ ਕੀਤਾ। ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ। ਅੰਮ੍ਰਿਤ ਦੇਣ ਤੋਂ ਮਗਰੋਂ ਹੁਣ ਮਹਾਰਾਜ ਨੇ ਮਰਿਆਦਾ ਚਲਾਉਣੀ ਹੈ ਕਿ ਅੱਜ ਤੋਂ ਬਾਅਦ ਕੋਈ ਗੁਰੂ ਨਹੀਂ ਹੋਵੇਗਾ, ਕੋਈ ਆਪਣੀ ਮਰਜ਼ੀ ਨਾਲ ਅੰਮ੍ਰਿਤ ਨਹੀਂ ਛਕਾ ਸਕੇਗਾ। ਅੱਜ ਤੋਂ ਬਾਅਦ 5 ਪਿਆਰੇ ਸਹਿਬਾਨ ਹੀ ਅੰਮ੍ਰਿਤ ਛਕਾਉਣਗੇ। ਪਰ ਸਾਰਿਆਂ ਤੋਂ ਪਹਿਲਾਂ ਉਹ ਜਿਹੜੀ ਮਰਿਆਦਾ ਹੈ ਨਾ, ਆਪਣੇ 'ਤੇ ਲਾਗੂ ਕੀਤੀ ਹੈ। ਕੱਲ੍ਹ ਨੂੰ ਕੋਈ ਉਂਗਲ ਚੁੱਕ ਕੇ ਨਾ ਕਵੇ ਕਿ ਮਹਾਰਾਜ ਦੇ 5 ਪਿਆਰੇ ਬਾਕੀਆਂ ਨੂੰ ਤੇ ਅੰਮ੍ਰਿਤ ਛਕਾਉਂਦੇ ਪਏ, ਪਰ ਮਹਾਰਾਜ ਨੂੰ ਤੇ ਉਹਨਾਂ ਛਕਾਇਆ ਹੀ ਨਹੀਂ। ਐਸਿਆਂ ਲੋਕਾਂ ਦੇ ਸਵਾਲਾਂ ਵਾਲਾ ਮੂੰਹ ਬੰਦ ਕਰਨ ਵਾਸਤੇ ਮਹਾਰਾਜ ਨੇ ਆਖਿਆ, ਕਹਿਣ ਲੱਗੇ ਸਿੰਘ ਸਾਹਿਬਾਨ ਜੀ ਕਿਰਪਾ ਕਰੋ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਤੇਜ ਰਾਚਤ ਇਕੱਤਰ ਕਰ ਦੋਏ ਕਰ, ਦੋਏ ਹੱਥ ਜੋੜ ਕੇ ਮਹਾਰਾਜ ਜੀਆਂ ਨੇ ਇਹ ਅੰਮ੍ਰਿਤ ਦੀ ਦਾਤ ਮੰਗੀ ਹੈ। ਜਿਵੇਂ ਕੋਈ ਲੋੜਵੰਦ ਆ ਕੇ ਫਰਿਆਦ ਕਰਦਾ ਨਾ ਵੀ ਮੇਰੇ ਤੇ ਆਹ ਮੁਸੀਬਤ ਹੈ, ਮੇਰੀ ਹੱਲ ਕਰੋ, ਮੇਰੀ ਮਦਦ ਕਰੋ, ਹੱਥ ਜੋੜ ਕੇ ਤਰਲਾ ਕਰੀਦਾ। ਅੰਮ੍ਰਿਤ ਦੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਖਾਲਸੇ ਦੇ ਕੋਲੋਂ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਮੰਗਦੇ ਪਏ। ਗੁਰਮੁਖੋ ਐਸਾ ਗੁਰ
ਵੱਡ ਭਾਗੀ ਪਾਇਆ। ਮਿਲ ਕੇ ਆਖੀਏ ਐਸਾ ਗੁਰ, ਵੱਡ ਭਾਗੀ ਪਾਇਆ। ਐਸਾ ਗੁਰੂ ਮਿਲਣਾ ਨਹੀਂ ਕਿਤਿਓਂ, ਵੱਡਿਆਂ ਭਾਗਾਂ ਨਾਲ ਮਿਲਣਾ, ਜਿਹੜਾ ਅੰਮ੍ਰਿਤ ਵੀ ਮੰਗਦਾ ਪਿਆ ਤੇ ਉਹ ਵੀ ਹੱਥ ਜੋੜ ਕੇ ਬੇਨਤੀ ਕਰਦਾ, ਮਾਲਕ ਹੁੰਦਿਆਂ ਹੋਇਆਂ ਆਪ। ਸਤਿਗੁਰਾਂ ਨੇ ਆਖਿਆ, ਕਹਿਣ ਲੱਗੇ ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਸਾਨੂੰ ਆਪ ਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਖੜਗ ਨਿਖੰਗ ਘਟ ਕਸ ਕੇ ਕੁਦੰਡ ਕੰਧ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਿਹੜੇ ਸਿੱਖ ਨੇ ਨਾ ਮਹਾਰਾਜ ਜੀਆਂ ਦੇ, ਉਹਨਾਂ ਨੇ ਗਲ ਵਿੱਚ ਪਾਈ ਹੈ ਸ੍ਰੀ ਸਾਹਿਬ, ਮੋਢੇ ਤੇ ਪਾਏ ਹੋਏ ਨੇ ਤੀਰ ਕਮਾਨ, ਮੋਢੇ ਤੇ ਪਾਏ ਹੋਏ ਨੇ ਤੀਰਾਂ ਵਾਲੇ ਪੱਥੇ, ਤੇ ਕਮਰ ਕੱਸੇ ਦੇ ਵਿੱਚ ਕਟਾਰ ਜਿਹੜੀ ਹੈ ਉਹ ਸਜਾਈ ਹੋਈ ਹੈ, ਤੇ ਮੋਢੇ ਤੇ ਕਹਿਣ ਲੱਗੇ ਵੀ ਧਨੁਸ਼ ਤੀਰ ਕਮਾਨ ਬੰਨਿਆ ਹੋਇਆ ਹੈ। ਜਮਧਰਾ ਧਰ ਕੇ ਕਰਦ ਚਕਰ ਜੋ ਕਹਿਣ ਲੱਗੇ ਵੀ ਇਸੇ ਤਰ੍ਹਾਂ ਜਮਧਰ ਸ਼ਸਤਰ ਦਾ ਨਾਮ ਹੈ। ਜਮਧਰ ਸਜਾ ਕੇ, ਕਰਦ ਸ਼ਸਤਰ ਸਜਾ ਕੇ, ਐਸਾ ਸਰੂਪ ਬਣਾ ਕੇ ਮਹਾਰਾਜ ਦਿਸਦੇ ਪਏ ਹਨ। ਜੈਸੇ ਮਮ ਦੀਨ ਬਿਦ ਸੰਗ ਤੁਮ ਲੀਨ ਪੰਜ। ਕਹਿਣ ਲੱਗੇ ਮਹਾਰਾਜ ਨੇ ਆਖਿਆ, ਜੈਸੇ ਮਮ ਦੀਨ, ਪੰਜਾਂ ਸਿੰਘਾਂ ਸਾਹਿਬਾਂ ਨੂੰ ਆਖਿਆ, ਕਹਿਣ ਲੱਗੇ ਜਿਵੇਂ ਤੁਹਾਨੂੰ ਅਸੀਂ ਅੰਮ੍ਰਿਤ ਦਿੱਤਾ ਹੈ, ਬਿਲਕੁਲ ਬਿਦ ਸੰਗ ਤੁਮ ਲੀਨ, ਤੁਸੀਂ ਲਿਆ ਵਿਧੀ ਦੇ ਨਾਲ। ਖਾਲਸਾ ਜੀ ਤੁਸੀਂ ਪਹਿਲਾਂ ਆਪਣੇ 5 ਸੀਸ ਦਿੱਤੇ ਨੇ, ਫਿਰ ਤੁਹਾਨੂੰ ਅੰਮ੍ਰਿਤ ਮਿਲਿਆ। ਜਿਵੇਂ ਤੁਸੀਂ ਇਹ ਕੁਰਬਾਨੀ ਕਰਕੇ ਅੰਮ੍ਰਿਤ ਲਿਆ ਹੈ, ਬਿਲਕੁਲ ਉਸੇ ਤਰ੍ਹਾਂ ਸਾਨੂੰ ਇਹ ਅੰਮ੍ਰਿਤ ਤੁਹਾਡੇ ਕੋਲੋਂ ਚਾਹੀਦਾ। ਸਾਡੇ ਵਾਸਤੇ ਨਰਮੀ ਨਹੀਂ ਵਰਤਣੀ ਹੈ ਵੀ ਚਲੋ ਗੁਰੂ ਹੈ ਇਹਦੇ ਵਾਸਤੇ ਥੋੜ੍ਹਾ ਲਿਹਾਜ਼ ਕਰ ਦਈਏ, ਨਹੀਂ। ਜਦੋਂ ਅੰਮ੍ਰਿਤ ਛਕਣਾ ਜਾਂ ਛਕਾਉਣਾ, ਉਸ ਵੇਲੇ ਮਰਿਆਦਾ ਨੂੰ ਇੱਧਰ ਉੱਧਰ ਨਹੀਂ ਕੀਤਾ ਜਾ ਸਕਦਾ ਕਿਸੇ ਬੰਦੇ ਵੱਲ ਵੇਖ ਕੇ, ਭਾਵੇਂ ਉਹ ਕਿੱਡਾ ਵੀ ਪ੍ਰਭਾਵਸ਼ਾਲੀ ਹੋਵੇ, ਭਾਵੇਂ ਸਮੇਂ ਦਾ ਬਾਦਸ਼ਾਹ ਹੀ ਕਿਉਂ ਨਾ ਹੋਵੇ। ਨਹੀਂ, ਅੱਜ ਅੰਮ੍ਰਿਤ ਨੂੰ ਛਕਾਉਣ ਵਾਲੇ ਸਤਿਗੁਰੂ ਕਹਿਣ ਲੱਗੇ, ਜਿਹੜੀ ਵਿਧੀ ਨਾਲ ਅਸੀਂ ਤੁਹਾਨੂੰ ਛਕਾਇਆ ਉਸੇ ਵਿਧੀ ਨਾਲ ਸਾਨੂੰ ਅੰਮ੍ਰਿਤ ਛਕਾਉਣਾ ਕਰੋ। ਤੈਸੇ ਮੋਹਿ ਦੀਜੀਏ ਸੰਦੇਸ਼ ਸਭ ਖੋਏ ਕਰ। ਮਹਾਰਾਜ ਕਹਿਣ ਲੱਗੇ, ਮਨ ਵਿੱਚ ਸ਼ੰਕਾ ਨਹੀਂ ਕਰਨਾ, ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਹੀਂ ਰੱਖਣਾ ਹੈ। ਜਿਵੇਂ ਮੈਂ ਤੁਹਾਨੂੰ ਅੰਮ੍ਰਿਤ ਛਕਾਇਆ, ਬਿਲਕੁਲ ਉਸੇ ਤਰ੍ਹਾਂ ਤੁਸੀਂ ਸਾਨੂੰ ਛਕਾਓ। ਤੇ ਮਹਾਰਾਜ ਜੀ ਇਹ ਬਚਨ ਕਰਦੇ ਪਏ ਵੀ ਸੰਦੇਹ ਨਹੀਂ ਰੱਖਣਾ ਮਨ ਵਿੱਚ ਵੀ ਅਸੀਂ ਆਮ ਹਾਂ, ਤੇ ਮਹਾਰਾਜ ਗੁਰੂ ਨੇ, ਅਸੀਂ ਆਮ ਹੋ ਕੇ ਤੇ ਗੁਰੂ ਨੂੰ ਅੰਮ੍ਰਿਤ ਕਿਵੇਂ ਛਕਾਈਏ, ਇਹ ਮਨ ਵਿੱਚ ਸਵਾਲ ਤੇ ਆਵੇਗਾ ਨਾ। ਇਹ ਸਵਾਲ ਦੀ ਪਰਵਾਹ ਨਹੀਂ ਕਰਨੀ ਹੈ, ਜਿਵੇਂ ਅਸੀਂ ਆਖਿਆ ਉਸੇ ਤਰ੍ਹਾਂ ਕਰਨਾ ਕਰੋ। ਅਦਭੁਤ ਬਾਣੀ ਸੁਣ ਕਾਨ ਮੈਂ ਹੈਰਾਨੀ ਹੋਏ। ਜਦੋਂ ਉਹਨਾਂ ਪੰਜਾਂ ਸਿੰਘਾਂ ਸਾਹਿਬਾਂ ਨੇ ਸੁਣਿਆ ਨਾ ਵੀ ਮਹਾਰਾਜ ਨੇ ਸਾਨੂੰ ਆਖਿਆ ਅੰਮ੍ਰਿਤ ਛਕਾਓ, ਇਹ ਬਚਨ ਸੁਣ ਕੇ ਉਹ 5 ਸਿੰਘ ਸਾਹਿਬਾਨ ਹੈਰਾਨ ਹੋ ਗਏ, ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਵੀ ਆਹ ਤੇ ਗੱਲ ਪਹਿਲੀ ਵਾਰ ਸੁਣੀ ਹੈ। ਗੁਰੂ ਚੇਲੇ ਨੂੰ ਸਿੱਖਿਆ ਦਿੰਦਾ ਇਹ ਤੇ ਸੁਣਿਆ, ਪਰ ਚੇਲਾ ਗੁਰੂ ਨੂੰ ਸਿੱਖਿਆ ਦੇਵੇ ਇਹ ਨਹੀਂ ਕਦੇ ਸੁਣਿਆ। 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਵਿੱਚੋਂ ਬਚਨ ਇਹ ਆਉਂਦਾ ਵੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਿਆ ਭਾਈ ਲਹਿਣਾ ਜੀ ਨੇ, ਤੇ ਭਾਈ ਲਹਿਣਾ ਸਾਹਿਬ ਜੀ ਗੁਰੂ ਅੰਗਦ ਸਾਹਿਬ ਬਣੇ, ਤੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਧਾਰਿਆ ਗੁਰੂ ਅਮਰਦਾਸ ਪਾਤਸ਼ਾਹ ਨੇ। ਜਿੰਨੇ ਵੀ ਰਿਸ਼ੀ ਮੁਨੀ ਸਾਧੂ ਸੰਤ ਹੋਏ ਨੇ, ਉਹਨਾਂ ਨੇ ਜੇ ਕਿਸੇ ਨੂੰ ਗੁਰੂ ਧਾਰਿਆ ਤੇ ਆਪਣਾ ਚੇਲਾ ਵੀ ਅੱਗੇ ਬਣਾਇਆ ਹੈ, ਪਰ ਚੇਲੇ ਨੂੰ ਗੁਰੂ ਨਹੀਂ ਕਿਸੇ ਨੇ ਬਣਾਇਆ। ਉਹ ਸਿੰਘ ਸਾਹਿਬਾਨ 5 ਪਿਆਰੇ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਨੇ ਇੱਕ ਐਸਾ ਬਚਨ ਕਹਿ ਦਿੱਤਾ ਵੀ ਸਾਨੂੰ ਅੰਮ੍ਰਿਤ ਛਕਾਓ। 5 ਜਾਣੇ ਬਚਨ ਸੁਣ ਕੇ ਹੈਰਾਨ ਹੋ ਗਏ ਹਨ। ਸਿੰਘਨ ਬਖਾਨੀ ਕਹਾ ਕਹੋ ਆਪ ਬੈਨ ਕੋ। ਉਸ ਵੇਲੇ ਹੱਥ ਜੋੜ ਕੇ ਆਖਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਇਹ ਕੀ ਕਹਿੰਦੇ ਪਏ ਹੋ, ਅਸੀਂ ਤੁਹਾਨੂੰ ਅੰਮ੍ਰਿਤ ਕਿਵੇਂ ਛਕਾ ਸਕਦੇ ਹਾਂ? ਅਸੀਂ ਆਮ ਇਨਸਾਨ, ਆਮ ਲੋਕ ਦੁਨੀਆ ਵਿੱਚ ਆਏ ਆਪਣਾ ਕਰਮ ਭੋਗਣ ਵਾਸਤੇ, ਜਨਮ ਭੋਗਣ ਵਾਸਤੇ, ਤੁਸੀਂ ਉਹ ਸ੍ਰਿਸ਼ਟੀ ਨੂੰ ਰਚਨਹਾਰ, ਤੇ ਮਹਾਰਾਜ ਅਸੀਂ ਅੰਮ੍ਰਿਤ ਤੁਹਾਨੂੰ ਕਿਵੇਂ ਛਕਾ ਸਕਦੇ ਹਾਂ? ਤੁਸੀਂ ਕੀ ਕਹਿੰਦੇ ਪਏ ਹੋ? ਬੜੀ ਹੈਰਾਨੀ ਦੇ ਨਾਲ ਆਖਿਆ ਹੈ, ਜਾਤ ਕੋ ਕਮੀਨ ਦੀਨ ਰੰਕ ਹੈ ਅਧੀਨ। ਮਹਾਰਾਜ ਅਸੀਂ ਜਾਤ ਦੇ ਕਮੀਨ ਹਾਂ। ਕਮੀਨ ਤੋਂ ਭਾਵ ਵੀ ਅਸੀਂ ਨੀਵੀਂ ਜਾਤ ਵਾਲੇ ਹਾਂ। ਗੁਰਮੁਖੋ ਇਹ ਖਾਲਸੇ ਦੀ ਨਿਮਰਤਾ ਹੈ। ਵੈਸੇ ਖਾਲਸੇ ਦੀ ਜਾਤ ਪਾਤ ਹੈ ਕੋਈ ਨਹੀਂ ਹੈ, ਜਾਤ ਪਾਤ ਤੋਂ ਰਹਿਤ ਬਣਾਇਆ ਮਹਾਰਾਜ ਨੇ ਸਿੱਖ ਨੂੰ। ਜਿਸ ਵੇਲੇ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਉਸ ਵੇਲੇ ਪੁੱਛਿਆ ਨਹੀਂ ਜਾਂਦਾ ਉਹਨਾਂ ਨੂੰ ਵੀ ਤੁਸੀਂ ਕਿਹੜੀ ਜਾਤ ਨਾਲ ਸੰਬੰਧ ਰੱਖਦੇ ਹੋ। ਤੇ ਜਦੋਂ 5 ਪਿਆਰੇ ਸਾਹਿਬਾਨ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਅੱਗੇ ਤੁਰਦੇ ਨੇ, ਨਗਰ ਕੀਰਤਨ ਚੱਲਦਾ, ਤੇ ਉਦੋਂ ਵੀ ਪੁੱਛਿਆ ਨਹੀਂ ਜਾਂਦਾ ਵੀ ਤੁਸੀਂ ਕਿਹੜੀ ਜਾਤ ਨਾਲ ਸੰਬੰਧ ਰੱਖਦੇ ਹੋ। ਉਦੋਂ ਕੇਵਲ ਇਹ ਵੇਖਿਆ ਜਾਂਦਾ ਵੀ ਇਹ ਮਹਾਰਾਜ ਦੇ 5 ਪਿਆਰਿਆਂ ਦਾ ਸਿੱਖ ਹੈ।
ਖਾਲਸੇ ਦੀ ਕੋਈ ਜਾਤ ਨਹੀਂ ਹੈ। ਮਹਾਰਾਜ ਨੇ ਜਾਤ ਵਰਨ ਸਭ ਮਿਟਾਈ ਹੈ, ਪਰ ਫਿਰ ਵੀ ਉਹ ਨਿਮਰਤਾ ਨਾਲ ਕਹਿਣ ਲੱਗੇ, ਮਹਾਰਾਜ ਜਾਤ ਕੇ ਕਮੀਨ, ਅਸੀਂ ਜਾਤ ਦੇ ਬੜੇ ਨੀਵੇਂ ਆ, ਤੁਸੀਂ ਮਹਾਰਾਜ ਬੜੇ ਉੱਚੇ ਹੋ। ਇੱਕ ਨੀਵੀਂ ਜਾਤ ਵਾਲਾ ਇੱਕ ਉੱਚੀ ਜਾਤ ਵਾਲੇ ਨੂੰ ਅੰਮ੍ਰਿਤ ਕਿਵੇਂ ਛਕਾ ਸਕਦਾ? ਦੱਖਣਾ ਕਿਵੇਂ ਦੇ ਸਕਦਾ? ਅੰਮ੍ਰਿਤ ਕਿਵੇਂ ਦੇ ਸਕਦਾ? ਚੇਲਾ ਕਿਵੇਂ ਬਣਾ ਸਕਦਾ? ਇਹ ਤੇ ਕਦੇ ਹੋਇਆ ਨਹੀਂ। ਤੇ ਦੂਜਾ ਬਚਨ, ਮਹਾਰਾਜ ਅਸੀਂ ਤੇ ਦੀਨ ਆ। ਦੀਨ ਤੋਂ ਭਾਵ ਵੀ ਅਸੀਂ ਤੇ ਕਿਸੇ ਦੇ ਆਸਰੇ ਗਰੀਬ ਬੰਦੇ, ਅਸੀਂ ਦੀਨ ਵੀ ਹਾਂ, ਰੰਕ ਵੀ ਹਾਂ। ਰੰਕ ਤੋਂ ਭਾਵ ਗਰੀਬ ਵੀ ਹਾਂ, ਕਿਸੇ ਦੇ ਆਸਰੇ ਵੀ ਹਾਂ। ਜਿਹੜਾ ਖੁਦ ਕਿਸੇ ਦੇ ਆਸਰੇ, ਉਹ ਤੁਹਾਨੂੰ ਆਸਰਾ ਕੀ ਦੇਵੇਗਾ? ਮਹਾਰਾਜ ਅਸੀਂ ਤੁਹਾਨੂੰ ਕੀ ਆਸਰਾ ਦੇ ਸਕਦੇ? ਅਧੀਨ, ਅਸੀਂ ਅਧੀਨ ਵੀ ਹਾਂ ਮਹਾਰਾਜ। ਇਹ ਤੁਸੀਂ ਕੈਸਾ ਬਚਨ ਕਰਦੇ ਪਏ ਹੋ? ਅਸੀਂ ਤੁਹਾਨੂੰ ਅੰਮ੍ਰਿਤ ਕਿਵੇਂ ਛਕਾ ਸਕਦੇ ਹਾਂ? ਕਾਮ ਕ੍ਰੋਧ ਪੀਨ ਮਨ ਸ਼ੀਨ ਹੈ ਨਾ ਚੈਨ ਕੋ। ਸਤਿਗੁਰੂ ਪਾਤਸ਼ਾਹ ਜੀ, ਸਾਡੇ ਮਨ ਵਿੱਚ ਕਾਮ ਵੀ ਹੈ, ਸਾਡੇ ਮਨ ਵਿੱਚ ਕ੍ਰੋਧ ਵੀ ਹੈ। ਅਸੀਂ ਕਾਮ ਕ੍ਰੋਧ ਦੇ ਭਰੇ ਹੋਏ ਹਾਂ, ਔਗਣੀ ਜੀਵਾਂ। ਮਨ ਸ਼ੀਨ ਹੈ, ਸਾਡਾ ਤੇ ਮਨ ਵੀ ਨਹੀਂ ਟਿਕਦਾ ਇੱਕ ਜਗ੍ਹਾ 'ਤੇ, ਹਰ ਵੇਲੇ ਭੱਜਾ ਫਿਰਦਾ, ਕਦੇ ਇੱਧਰ ਕਦੇ ਉੱਧਰ। ਨਾ ਚੈਨ ਕੋ, ਨਾ ਸਾਨੂੰ ਚੈਨ ਆਉਂਦਾ, ਨਾ ਅਸੀਂ ਰਾਤ ਨੂੰ ਟਿਕਦੇ, ਨਾ ਅਸੀਂ ਦਿਨੇ ਟਿਕਦੇ, ਨਾ ਸਾਡੇ ਮਨ ਨੂੰ ਚੈਨ ਹੈ, ਨਾ ਸਾਡਾ ਮਨ ਕਿਤੇ ਟਿਕਦਾ, ਨਾ ਸਾਡੀ ਜਾਤ ਉੱਚੀ ਹੈ। ਕਾਮ ਕ੍ਰੋਧ ਦੇ ਅਸੀਂ ਭਰੇ ਹੋਏ, ਤੇ ਐਸਾ ਵਿਕਾਰਾਂ ਦਾ ਭਰਿਆ ਹੋਇਆ ਵਿਅਕਤੀ ਤੁਹਾਨੂੰ ਅੰਮ੍ਰਿਤ ਕਿਵੇਂ ਛਕਾ ਸਕਦਾ? ਮਹਾਰਾਜ ਤੁਸੀਂ ਇਹ ਸਾਨੂੰ ਸੇਵਾ ਲਾਉਂਦੇ ਪਏ ਵੀ ਅੰਮ੍ਰਿਤ ਦੀਏ, ਪਰ ਸਾਡੇ ਵਿੱਚ ਮਹਾਰਾਜ ਉਹ ਸਮਰੱਥਾ ਨਹੀਂ ਹੈ, ਸਾਡੇ ਵਿੱਚ ਉਹ ਗੁਣ ਨਹੀਂ ਜਿਹੜੇ ਹੋਣੇ ਚਾਹੀਦੇ ਨੇ। ਮਹਾਰਾਜ ਸਾਡੇ ਵਰਗੇ ਨਿਗੁਣੇ ਜੀਵ, ਪਾਪ ਕਰਨ ਵਾਲੇ, ਔਗਣਾਂ ਦੇ ਭਰੇ ਹੋਏ, ਦਸਵੇਂ ਪਾਤਸ਼ਾਹ ਜੀ ਤੁਹਾਨੂੰ ਅੰਮ੍ਰਿਤ ਅਸੀਂ ਔਗਣੀ ਲੋਕ ਕਿਵੇਂ ਛਕਾ ਸਕਦੇ ਹਾਂ? ਮਹਾਰਾਜ ਤੁਸੀਂ ਕੀ ਕਹਿੰਦੇ ਪਏ ਹੋ? ਵਿਸ਼ਈ ਮਲੀਨ ਜੀਵ ਸਭ ਤੇ ਸਦੀਵ ਨੀਵ। ਸਤਿਗੁਰੂ ਪਾਤਸ਼ਾਹ ਜੀ, ਅਸੀਂ ਆ ਵਿਸ਼ਈ ਤੋਂ ਭਾਵ ਹੁੰਦਾ ਵਿਕਾਰੀ ਲੋਕ, ਸਾਡੇ ਵਿੱਚ ਬਹੁਤ ਜ਼ਿਆਦਾ ਵਿਕਾਰ ਨੇ। ਅਸੀਂ ਮਲੀਨ ਜੀਵ ਹਾਂ। ਜਿੰਨੀ ਮੈਲ ਮਨੁੱਖ ਵਿੱਚ ਹੈ ਨਾ, ਇੰਨੀ ਮੈਲ ਪਸ਼ੂ ਵਿੱਚ ਨਹੀਂ ਹੈ। ਇੱਕ ਪਸ਼ੂ ਦੂਜੇ ਪਸ਼ੂ ਦੀ ਨਿੰਦਿਆ ਨਹੀਂ ਕਰਦਾ, ਇੱਕ ਪਸ਼ੂ ਦੂਜੇ ਪਸ਼ੂ ਦੀ ਚੁਗਲੀ ਨਹੀਂ ਕਰਦਾ। ਮਨੁੱਖ ਦੋਨੇ ਕੰਮ ਹੀ ਕਰਦਾ। ਮਨੁੱਖ ਦੇ ਵਿੱਚ ਦੋਨੇ ਹੀ ਮੈਲਾਂ ਨੇ। ਪਰ ਪਸ਼ੂ ਜਿਹੜਾ ਹੈ ਨਾ, ਉਹ ਆਪਣੇ ਬੱਚਿਆਂ ਦਾ ਸਵਾਰਥ ਵੀ ਨਹੀਂ ਰੱਖਦਾ ਵੀ ਇਹ ਬੱਚੇ ਕੱਲ੍ਹ ਨੂੰ ਵੱਡੇ ਹੋਣਗੇ ਤੇ ਮੈਨੂੰ ਪਾਲਣਗੇ। ਨਹੀਂ, ਮਨੁੱਖ ਸਵਾਰਥ ਰੱਖਦਾ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਜੋ ਜਨਨੀ ਸੁਤ ਪਾਲਤੀ, ਜੋ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਵੱਡਾ ਹੋਏ ਧਨ ਖਾਟ ਦੇ ਮੁਖ ਦੇ ਗਰਾਸਾ। ਮਾਂ ਪੁੱਤਰ ਦਾ ਰਿਸ਼ਤਾ ਸਭ ਤੋਂ ਵੱਡਾ ਨਾ, ਪਿਆਰ ਵਾਲਾ, ਸਨੇਹ ਵਾਲਾ। ਪਰ ਕਹਿਣ ਲੱਗੇ ਵੀ ਮਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੈ ਵੀ ਪੁੱਤਰ ਮੇਰਾ ਵੱਡਾ ਹੋਵੇਗਾ, ਕੱਲ੍ਹ ਨੂੰ ਕਮਾਈ ਕਰੇਗਾ, ਮੈਨੂੰ ਲਿਆ ਕੇ ਭੋਜਨ ਛਕਾਏਗਾ। ਪਰ ਪਸ਼ੂ ਦੇ ਮਨ ਵਿੱਚ ਤੇ ਇਹ ਵੀ ਬਿਰਤੀ ਨਹੀਂ ਹੈ। ਪਸ਼ੂ ਆਪਣੇ ਬੱਚਿਆਂ ਦੇ ਕੋਲੋਂ ਇਹ ਨਹੀਂ ਕੋਈ ਚਾਹੁੰਦਾ ਵੀ ਇਹ ਕੱਲ੍ਹ ਨੂੰ ਮੇਰੇ ਬੱਚੇ ਵੱਡੇ ਹੋਣਗੇ, ਇਹ ਮੈਨੂੰ ਲਿਆ ਕੇ ਕੁਝ ਖਵਾਉਣਗੇ। ਨਾ ਹੀ ਪੰਛੀ ਚਾਹੁੰਦਾ, ਪਰ ਮਨੁੱਖ ਚਾਹੁੰਦਾ ਹੈ। ਮਨੁੱਖ ਦੇ ਮਨ ਵਿੱਚ ਤਮੰਨਾ ਵੀ ਪਸ਼ੂ ਨਾਲੋਂ ਜ਼ਿਆਦਾ ਹੈ, ਇੱਛਾ ਵੀ ਜ਼ਿਆਦਾ ਹੈ। ਪਸ਼ੂ ਦੇ ਮਨ ਵਿੱਚ ਇੱਛਾ ਨਹੀਂ ਹੈ ਮਨੁੱਖ ਵਰਗੀ। ਜੇ ਪਸ਼ੂ ਰੱਜ ਗਿਆ ਨਾ ਤੇ ਬਸ ਉਹਨੇ ਖਾਣਾ ਬੰਦ ਕਰ ਦੇਣਾ। ਜੇ ਪੰਛੀ ਚੋਗਾ ਚੋਗ ਕੇ ਰੱਜ ਗਿਆ ਨਾ ਤਾਂ ਉਹਨੇ ਚੁੱਪ ਕਰਕੇ ਆਲਣੇ 'ਚ ਬਹਿ ਜਾਣਾ, ਮੈਂ ਰੱਜ ਗਿਆ। ਕੱਲ੍ਹ ਨੂੰ ਦਿਨ ਚੜ੍ਹੇਗਾ, ਮੇਰੀ ਕਿਸਮਤ ਜੋ ਲਿਖਿਆ ਹੋਵੇਗਾ ਪ੍ਰਮਾਤਮਾ ਮੈਨੂੰ ਕੱਲ੍ਹ ਨੂੰ ਫਿਰ ਦੇਵੇਗਾ। ਇੰਨਾ ਵੱਡਾ ਭਰੋਸਾ ਪਸ਼ੂ ਜਿਹੜਾ, ਪੰਛੀ ਜਿਹੜਾ ਪ੍ਰਮਾਤਮਾ 'ਤੇ ਰੱਖਦਾ। ਪਰ ਬੰਦੇ ਵਿੱਚ ਉਹ ਭਰੋਸਾ ਨਹੀਂ। ਬੰਦਾ ਸੋਚਦਾ ਵੀ ਅੱਜ ਵਾਸਤੇ ਵੀ ਜੋੜਾਂ, ਕੱਲ੍ਹ ਵਾਸਤੇ ਵੀ ਜੋੜਾਂ, ਪੁੱਤਰਾਂ ਵਾਸਤੇ ਵੀ ਜੋੜ ਲਵਾਂ, ਪੋਤਰਿਆਂ ਵਾਸਤੇ, ਪੜੋਤਰਿਆਂ ਵਾਸਤੇ। ਤੇ ਫਿਰ ਮੈਲ ਕਿਹਦੇ ਵਿੱਚ ਜ਼ਿਆਦਾ ਹੋਈ? ਪਸ਼ੂ ਵਿੱਚ ਜ਼ਿਆਦਾ ਹੋਈ ਕਿ ਬੰਦੇ ਵਿੱਚ ਜ਼ਿਆਦਾ ਹੋਈ? ਪੰਛੀ ਵਿੱਚ ਜ਼ਿਆਦਾ ਹੈ ਕਿ ਮਨੁੱਖ ਵਿੱਚ ਜ਼ਿਆਦਾ? ਮਨੁੱਖ ਦਾ ਲਾਲਚ ਪਸ਼ੂ ਪੰਛੀ ਦੋਨਾਂ ਨਾਲੋਂ ਹੀ ਵੱਡਾ। ਪੰਛੀ ਦਾ ਲਾਲਚ ਉਹਨਾਂ ਚਿਰ ਹੈ ਜਿੰਨਾ ਚਿਰ ਉਹਦਾ ਪੇਟ ਨਹੀਂ ਭਰਦਾ। ਪੇਟ ਭਰਿਆ ਉਹ ਖਾਣਾ ਬੰਦ ਕਰ ਦੇਵੇਗਾ, ਆਪਣੇ ਆਲਣੇ 'ਚ ਬੈਠ ਗਿਆ। ਪਸ਼ੂ ਰੱਜ ਗਿਆ ਤੇ ਉਹ ਚਰਨਾ ਬੰਦ ਕਰ ਦੇਵੇਗਾ। ਪਰ ਮਨੁੱਖ ਭਾਵੇਂ ਜਿੰਨਾ ਮਰਜ਼ੀ ਰੱਜ ਜਾਵੇ, ਲਿਫਾਫਾ ਇੱਕ ਜੇਬ 'ਚ ਹੀ ਹੁੰਦਾ। ਜੇ ਢਿੱਡ ਭਰ ਗਿਆ ਤਾਂ ਉਹਨੂੰ ਇਹਨੂੰ ਭਰ ਲਵਾਂ, ਤੇ ਜੇ ਉਹ ਵੀ ਭਰ ਗਿਆ ਤੇ ਹੁਣ ਕੁਝ ਹੋਰ ਨਾਲ ਭਰ ਲਵਾਂ। ਇਹ ਤੇ ਇੱਕ ਦੋ ਦਿਨਾਂ ਦੀ ਗੱਲ ਹੈ। ਪਤਾ ਵੀ ਉਹ ਖਾਣਾ ਖਰਾਬ ਵੀ ਹੋ ਜਾਣਾ, ਪਰ ਜੇ ਕਿਤੇ ਮਾਇਆ ਮਿਲ ਜਾਵੇ ਤਾਂ ਉਹਨੂੰ ਜੋੜਦਾ ਵੀ ਹੈ। ਮੈਂ ਇਸ ਨੂੰ ਵਰਤਾਂਗਾ, ਫਿਰ ਮੇਰੇ ਪੁੱਤ ਵਰਤਣਗੇ, ਪੋਤਰੇ ਵਰਤਣਗੇ, ਕਈ ਕੁੱਲਾਂ ਅੱਗੇ ਵਰਤਣਗੀਆਂ। ਇਹ ਮਨੁੱਖ ਦਾ ਲਾਲਚ ਹੈ, ਲਾਲਚ ਰੂਪੀ ਮੈਲ ਹੈ।
ਪਸ਼ੂ ਦੇ ਵਿੱਚ ਇਹ ਮੈਲ ਨਹੀਂ। ਪਸ਼ੂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਪਸ਼ੂ ਚੁਗਲੀ ਨਹੀਂ ਕਰਦਾ, ਪਸ਼ੂ ਆਪਣੀ ਸੰਤਾਨ ਤੋਂ ਇਹ ਉਮੀਦ ਨਹੀਂ ਰੱਖਦਾ ਵੀ ਕੱਲ੍ਹ ਨੂੰ ਮੇਰੀ ਸੰਤਾਨ ਮੈਨੂੰ ਪਾਲੇਗੀ। ਪਸ਼ੂ ਕੱਲ੍ਹ ਵਾਸਤੇ, ਪੰਛੀ ਕੱਲ੍ਹ ਵਾਸਤੇ ਜੋੜ ਕੇ ਨਹੀਂ ਰੱਖਦਾ, ਪਰ ਮਨੁੱਖ ਰੱਖਦਾ ਹੈ। ਤੇ ਪਸ਼ੂ ਵਿੱਚ ਇੱਕ ਹੋਰ ਵੀ ਗੁਣ ਹੈ ਵੀ ਪਸ਼ੂ ਸੁੱਕੇ ਕੱਖ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਸੁੱਕੇ ਕੱਖ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ। ਤੇ ਜੇ ਮਨੁੱਖ ਦੀ ਗੱਲ ਕਰੀਏ ਤੇ ਮਹਾਰਾਜ ਕਹਿਣ ਲੱਗੇ ਲੂਣ ਪੰਜਵਾਂ ਪਾਇਆ ਕਿਰਤ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਲੂਣ ਪੰਜਵਾਂ ਪਾਇਆ ਕਿਰਤ, ਤਾਂ ਹੁਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਪਸ਼ੂ ਨੇ ਘਾਹ ਖਾਧਾ, ਤੀਲੇ ਖਾਧੇ ਤੇ ਉਹਨੇ ਦੁੱਧ ਦਿੱਤਾ। ਮਨੁੱਖ ਭਾਵੇਂ ਘਿਓ ਖਾ ਲਵੇ, ਭਾਵੇਂ ਅੰਨ ਖਾ ਲਵੇ, ਭਾਵੇਂ ਮਿੱਠਾ ਖਾ ਲਵੇ, ਭਾਵੇਂ ਫੁੱਲ ਬਣਾ ਕੇ ਫੁੱਲਾਂ ਦਾ ਭੋਜਨ ਕਰ ਲਵੇ, ਭਾਵੇਂ ਜਿੰਨੇ ਮਰਜ਼ੀ ਮੋਤੀ ਜਿੰਨੇ ਮਰਜ਼ੀ ਖਾ ਲਵੇ, ਬਦਾਮ ਜਿੰਨੇ ਮਰਜ਼ੀ ਛੁਹਾਰੇ ਖਾ ਲਵੇ, ਜਦੋਂ ਮਨੁੱਖ ਉਹ ਗੰਦਗੀ ਨੂੰ ਆਪਣੇ ਸਰੀਰ 'ਚੋਂ ਬਾਹਰ ਕੱਢਦਾ ਥੁੱਕਾਂ ਹੀ ਪੈਂਦੀਆਂ ਨੇ, ਵਰਤਦਾ ਕੋਈ ਨਹੀਂ। ਪਸ਼ੂ ਤੇਰੇ ਨਾਲੋਂ ਫਿਰ ਵੀ ਚੰਗਾ ਹੈ ਕਿ ਕੱਖ ਖਾ ਕੇ ਦੁੱਧ ਫਿਰ ਵੀ ਉਹ ਗੁਣ ਦਿੰਦਾ ਪਿਆ, ਪਰਉਪਕਾਰ ਕਰਦਾ ਪਿਆ। ਪਰ ਮਨੁੱਖ ਤੇ ਫਿਰ ਵੀ ਸਭ ਕੁਝ ਛੱਕ ਕੇ ਤੇ ਉਸ ਨੂੰ ਗੰਦਾ ਕਰ ਦਿੰਦਾ। ਪਸ਼ੂ ਵਿੱਚ ਤੇਰੇ ਨਾਲੋਂ ਗੁਣ ਜ਼ਿਆਦਾ ਨੇ, ਬਸ ਉਹਦਾ ਇੱਕ ਕਰਮ ਮਾੜਾ ਵੀ ਉਹ ਪਸ਼ੂ ਜੂਨੀ ਵਿੱਚ ਆ ਗਿਆ। ਪਰ ਇਹ ਜਿਹੜੇ ਜੀਵ ਨੇ ਨਾ ਸਾਡੇ ਵਰਗੇ, ਇਹ ਵਿਕਾਰੀ ਜ਼ਿਆਦਾ ਨੇ। ਸਾਨੂੰ ਰੋਜ਼ ਕ੍ਰੋਧ ਆਉਂਦਾ, ਪਸ਼ੂ ਨੂੰ ਰੋਜ਼ ਕ੍ਰੋਧ ਨਹੀਂ ਆਉਂਦਾ। ਸਾਨੂੰ ਰੋਜ਼ ਲਾਲਚ ਰਹਿੰਦਾ, ਪਸ਼ੂ ਨੂੰ ਰੋਜ਼ ਲਾਲਚ ਨਹੀਂ, ਖਾ ਲਿਆ ਤੇ ਨਿਬੜ ਗਿਆ। ਸਾਡੀ ਰੋਜ਼ ਬਿਰਤੀ ਵਿਕਾਰੀ ਹੋਈ ਰਹਿੰਦੀ ਹੈ, ਵਿਕਾਰ ਚੜਿਆ ਰਹਿੰਦਾ। ਪਸ਼ੂ ਨੂੰ ਰੋਜ਼ ਵਿਕਾਰ ਵੀ ਨਹੀਂ ਆਉਂਦਾ ਸਾਡੇ ਵਾਂ। ਇਹ ਬਚਨ ਕਰਦੇ ਪਏ, ਕਹਿਣ ਲੱਗੇ ਮਹਾਰਾਜ ਵਿਛਈ ਮਲੀਨ ਜੀਵ ਸਭ ਤੇ ਸਦੀਵ ਨੀਵ। ਅਸੀਂ ਇੰਨੇ ਵਿਕਾਰੀਆਂ ਵੀ ਪਸ਼ੂਆਂ ਨਾਲੋਂ ਵੀ ਜ਼ਿਆਦਾ ਮੈਲੇ ਹਾਂ। ਪਸ਼ੂ ਵਿੱਚ ਵੀ ਮੈਲਾ ਨਹੀਂ, ਔਰ ਸਭ ਤੋਂ ਨੀਵੇਂ ਹਮੇਸ਼ਾ ਰਹਿਣ ਵਾਲੇ ਹਾਂ। ਬੇਨਤੀ ਕਰਦੇ ਪਏ ਮਹਾਰਾਜ ਸਾਹਿਬ ਜੀ, ਅਸੀਂ ਤੁਹਾਨੂੰ ਅਮਰ ਦੀ ਦਾਤ ਕਿਵੇਂ ਦੇ ਸਕਦੇ ਹਾਂ। ਜੰਤ ਸੋ ਗਰੀਬ ਹਮ ਭਲੋ ਗੁਣ ਹੈ ਨਾ ਕੋ। ਸਤਿਗੁਰੂ ਪਾਤਸ਼ਾਹ ਜੀ, ਅਸੀਂ ਬੜੇ ਗਰੀਬ ਹਾਂ, ਧਨ ਕਰਕੇ ਵੀ ਗਰੀਬ ਹਾਂ, ਜੀਵਨ ਕਰਕੇ ਵੀ ਗਰੀਬ ਹਾਂ। ਸਾਡਾ ਕੋਈ ਜੀਵਨ ਵੀ ਐਡਾ ਉੱਚਾ ਨਹੀਂ। ਤੇ ਪਾਤਸ਼ਾਹ ਜੀ ਸਾਡੇ ਵਿੱਚ ਭਲਾ ਤੇ ਗੁਣ ਹੀ ਕੋਈ ਨਹੀਂ ਹੈਗਾ। ਗੋਬਿੰਦ ਹਮ ਐਸੇ ਅਪਰਾਧੀ ਜਿਨ ਜਿਉ ਪਿੰਡ ਥਾ ਦੀਆ ਤਿਸਕੀ ਭਾਓ ਭਗਤ ਨਹੀਂ ਸਾਧੀ। ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸਕੀ ਭਾਓ ਭਗਤ ਨਹੀਂ ਸਾਧੀ। ਅਸੀਂ ਇੰਨੇ ਮਲੀਨ ਹਾਂ, ਜਿਹਨੇ ਸਾਨੂੰ ਜੀਵਨ ਦਿੱਤਾ, ਜਿਹਨੇ ਸਾਨੂੰ ਪਿੰਡ ਕਹੀਏ ਸਰੀਰ ਦਿੱਤਾ, ਸਰੀਰ ਨੂੰ ਕਿਹਾ ਜਾਂਦਾ ਪਿੰਡ। ਜਿਨ ਪ੍ਰਭ ਜਿਉ ਪਿੰਡ ਥਾ ਦੀਆ, ਜੀਵਨ ਵੀ ਦਿੱਤਾ, ਸਰੀਰ ਵੀ ਦਿੱਤਾ, ਤਿਸਕੀ ਭਾਓ ਭਗਤ ਨਹੀਂ ਸਾਧੀ। ਕਦੇ ਵੀ ਅਸੀਂ ਉਹਦੀ ਭਗਤੀ ਨਹੀਂ ਕੀਤੀ। ਗੋਬਿੰਦ ਹਮ ਐਸੇ ਅਪਰਾਧੀ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਮੇਰਾ ਕੰਮ ਹੈ ਰੋਜ਼ ਪਾਪ ਕਰਨਾ ਤੇ ਤੇਰਾ ਕੰਮ ਹੈ ਰੋਜ਼ ਪਾਪਾਂ ਨੂੰ ਮਾਫ ਕਰਨਾ। ਮੈਂ ਇਸ ਤਰ੍ਹਾਂ ਦਾ ਹਾਂ। ਸਤਿਗੁਰੂ ਪਾਤਸ਼ਾਹ ਅੱਗੇ ਬੇਨਤੀ ਕਰਦੇ, ਮਹਾਰਾਜ ਸਾਡੇ ਵਿੱਚ ਨਾ ਕੋਈ ਚੰਗਾ ਗੁਣ ਹੈ, ਅਸੀਂ ਨੀਵੇਂ ਜੰਤ ਤੇ ਬੜੇ ਗਰੀਬ ਹਾਂ। ਸਾਡੇ ਵਰਗਿਆਂ ਤੋਂ ਆਪ ਜੀ ਅੰਮ੍ਰਿਤ ਕਿਉਂ ਮੰਗਦੇ ਹੋ? ਏਕ ਬਲ ਭਇਓ ਤੁਮ ਹਾਥ ਦਿਓ ਸੀਸ ਧਰ। ਪਰ ਮਹਾਰਾਜ ਅੱਜ ਸਾਡੇ ਵਿੱਚ ਇੱਕ ਤਾਕਤ ਆ ਗਈ ਹੈ। ਕਿਹੜੀ ਤਾਕਤ ਆ ਗਈ ਹੈ? ਜਿਹੜਾ ਤੁਸੀਂ ਆਪਣਾ ਪਵਿੱਤਰ ਹੱਥ ਸਾਡੇ ਸੀਸ ਤੇ ਰੱਖ ਦਿੱਤਾ ਹੈ। ਜਿਹੜਾ ਤੁਸੀਂ ਸਾਨੂੰ ਅੱਜ ਆਪਣੇ ਬਣਾ ਲਿਆ ਨਾ, ਆਪਣੇ ਸਿੱਖ ਬਣਾ ਲਿਆ। ਭਾਵੇਂ ਅਸੀਂ ਨਾਮ ਧਰੀਕ ਹੀ ਬਣੇ ਆ, ਪਰ ਜਿਹੜਾ ਤੁਸੀਂ ਮਿਹਰ ਦਾ ਹੱਥ ਰੱਖ ਦਿੱਤਾ ਨਾ, ਇਹਦੇ ਵਰਗੀ ਕਿਰਪਾ ਹੋਰ ਕਿਸੇ ਤੇ ਹੈ ਵੀ ਨਹੀਂ। ਮਹਾਰਾਜ ਸਾਡੇ ਕੋਲ ਇੱਕੋ ਹੀ ਬਲ ਹੈ, ਗਾਵੈ ਕੋ ਤਾਨ ਹੋਵੈ ਕਿਸੈ। ਤੇਰੀ ਉਪਮਾ ਨੂੰ ਤਾਂ ਹੀ ਗਾਇਆ ਜਾ ਸਕਦਾ ਜਿਹਦੇ ਕੋਲ ਤੇਰਾ ਬਲ ਹੋਵੇ। ਅਸੀਂ ਸਾਡੇ ਕੋਲ ਹੋਰ ਤੇ ਕੁਝ ਨਹੀਂ, ਬਸ ਇਹ ਹੈ
ਵੀ ਜਿਹੜਾ ਤੁਸੀਂ ਮਿਹਰ ਦਾ ਹੱਥ ਰੱਖ ਦਿੱਤਾ ਮਹਾਰਾਜ, ਇਹ ਸਾਡੇ ਕੋਲ ਸਭ ਤੋਂ ਵੱਡਾ ਬਲ ਹੈ। ਇਤਿਹਾਸ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਜਦੋਂ ਬਚਿੱਤਰ ਸਿੰਘ ਨੂੰ ਮਹਾਰਾਜ ਨੇ ਆਖਿਆ ਸੀ ਨਾ ਵੀ ਹਾਥੀ ਦਾ ਮੁਕਾਬਲਾ ਕਰਨਾ, ਤੇ ਇਤਿਹਾਸਕਾਰ ਕਹਿੰਦੇ ਨੇ ਵੀ ਭਾਈ ਬਚਿੱਤਰ ਸਿੰਘ ਦਾ ਕੱਦ ਕਾਠ ਕੋਈ ਬਹੁਤਾ ਜਵਾਨ ਨਹੀਂ ਜਾਂ ਬਹੁਤਾ ਤਗੜਾ ਪਹਿਲਵਾਨਾਂ ਵਾਲਾ ਸਰੀਰ ਨਹੀਂ ਹੈ। ਇੱਕ ਆਮ ਸਧਾਰਨ ਜਿਹਾ ਹੀ ਸਿੱਖ ਹੈ ਤੇ ਸਧਾਰਨ ਜਿਹਾ ਹੀ ਕੱਦ ਕਾਠ ਹੈ ਤੇ ਕਾਹਰਾ ਜਿਹਾ ਸਰੀਰ ਹੈ। ਤੇ ਸਤਿਗੁਰਾਂ ਨੇ ਜਦੋਂ ਆਖਿਆ ਨਾ ਵੀ ਸਾਡੇ ਕੋਲ ਇੱਕ ਸ਼ੇਰ ਹੈ ਤੇ ਇਹ ਲੜੇਗਾ, ਭਾਈ ਬਚਿੱਤਰ ਸਿੰਘ ਜੀ ਉੱਠ ਕੇ ਮਹਾਰਾਜ ਸਾਹਿਬ ਦੇ ਸਾਹਮਣੇ ਹੋਏ, ਬੇਨਤੀ ਕੀਤੀ, ਮਹਾਰਾਜ ਇਹ ਤੇ ਬਚਨ ਉਹ ਆ ਗਿਆ ਨਾ, ਗਰੀਬ ਨਵਾਜ ਗਸਈਆਂ ਮੇਰਾ ਮੱਥ ਹੈ, ਛਤਰ ਇਹ ਤੁਸੀਂ ਸੋਭਾ ਦਾ ਛਤਰ ਮੇਰੇ ਸਿਰ ਤੇ ਰੱਖਣ ਲੱਗੇ ਹੋ, ਇਹ ਕਰਨਾ ਕਰਾਉਣਾ ਤੇ ਆ। ਸਤਿਗੁਰਾਂ ਨੇ ਥਾਪੜਾ ਦਿੱਤਾ, ਆਖਿਆ ਬਚਿੱਤਰ ਸਿਆਂ ਵੀ ਹਾਥੀ ਦਾ ਮੁਕਾਬਲਾ ਕਰਨਾ। ਬੇਨਤੀ ਕੀਤੀ, ਮਹਾਰਾਜ ਤੁਹਾਡਾ ਥਾਪੜਾ ਹੋਵੇ, ਇਹ ਹਾਥੀ ਤਾਂ ਕੀ ਹੈ, ਮੈਂ ਤੇ ਜਮਰਾਜ ਦੇ ਨਾਲ ਵੀ ਲੜ ਜਾਵਾਂ। ਥਾਪੜਾ ਤੁਹਾਡਾ ਚਾਹੀਦਾ, ਤੁਹਾਡਾ ਪਿੱਠ ਤੇ ਹੱਥ ਹੋਵੇ ਤੇ ਮਹਾਰਾਜ ਮੈਂ ਤੇ ਜਮਾਂ ਦੇ ਨਾਲ ਵੀ ਲੜ ਜਾਵਾਂ, ਮੈਂ ਤੇ ਸਵਰਗਾਂ ਦੇ ਦੇਵਤੇ ਇੰਦਰ ਨੂੰ ਵੀ ਮੂਹਰੇ ਰੱਖ ਲਵਾਂ, ਇਹ ਹਾਥੀ ਤੇ ਕੋਈ ਚੀਜ਼ ਹੀ ਨਹੀਂ ਹੈ। ਤੇ ਕਈਆਂ ਸਿੱਖਾਂ ਨੇ ਆਖਿਆ, ਕਹਿਣ ਲੱਗੇ ਬਚਿੱਤਰ ਸਿਆਂ ਇਤਿਹਾਸ ਵਿੱਚ ਕਦੇ ਨਹੀਂ ਕਿਸੇ ਨੇ ਸੁਣਿਆ, ਕਿਸੇ ਨਹੀਂ ਗ੍ਰੰਥਾਂ ਵਿੱਚ ਪੜ੍ਹਿਆ ਕਿ ਇੱਕ ਬੰਦਾ ਹਾਥੀ ਨਾਲ ਲੜੇ, ਉਹ ਵੀ ਹਾਥੀ ਨੇ ਸ਼ਰਾਬ ਪੀਤੀ ਹੋਵੇ, ਉਹ ਵੀ ਹਾਥੀ ਦੀ ਸੁੰਡ ਤੇ ਤਲਵਾਰ ਬੱਧੀ ਹੋਵੇ, ਪਾਗਲ ਕਰਕੇ ਹਾਥੀ ਛੱਡਿਆ ਹੋਵੇ, ਕਦੇ ਕੋਈ ਨਹੀਂ ਉਹ ਲੜਿਆ ਹਾਥੀ ਦੇ ਨਾਲ। ਤੂੰ ਕਿਉਂ ਜਾਂਦਾ ਪਿਆ, ਬਹਾਨਾ ਲਾ ਦੇ, ਕੀ ਤੂੰ ਲੜ ਲਵੇਂਗਾ ਹਾਥੀ ਨਾਲ? ਅੱਗੇ ਕਦੇ ਲੜਿਆ, ਕਦੇ ਅੱਗੇ ਇਹੋ ਜਿਹਾ ਅਭਿਆਸ ਕੀਤਾ? ਤੇ ਭਾਈ ਬਚਿੱਤਰ ਸਿੰਘ ਨੇ ਆਖਿਆ, ਨਾ ਮੈਂ ਅਭਿਆਸ ਕੀਤਾ, ਨਾ ਮੈਂ ਕਦੇ ਹਾਥੀ ਨਾਲ ਲੜਿਆ, ਨਾ ਕੋਈ ਇਤਿਹਾਸ ਵਿੱਚ ਲੜਿਆ ਹੋਵੇਗਾ, ਪਰ ਜਿਹੜਾ ਥਾਪੜਾ ਮੈਨੂੰ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ, ਇਤਿਹਾਸ ਗਵਾਹ ਹੈ, ਇਹੋ ਜਿਹਾ ਥਾਪੜਾ ਵੀ ਮੇਰੇ ਵਰਗਾ ਕਿਸੇ ਨੂੰ ਨਹੀਂ ਦਿੱਤਾ ਹੋਵੇਗਾ। ਸਤਿ ਸ਼੍ਰੀ ਅਕਾਲ। ਲੜਨਾ ਮੈਂ ਨਹੀਂ, ਇਹ ਤੇ ਮਹਾਰਾਜ ਦੇ ਥਾਪੜੇ ਨੇ ਬਖਸ਼ਿਸ਼ ਕਰਨੀ ਆ, ਹੋ ਸਭ ਕੁਝ ਆਪੇ ਜਾਣਾ। ਇੱਥੇ ਪੰਜ ਪਿਆਰੇ ਵੀ ਕਹਿ ਰਹੇ ਨੇ, ਕਹਿਣ ਲੱਗੇ ਮਹਾਰਾਜ ਬਾਕੀ ਤੇ ਸਾਡੇ ਵਿੱਚ ਨਾ ਕੋਈ ਚੰਗਾ ਗੁਣ ਹੈ, ਨਾ ਸਾਡਾ ਚੰਗਾ ਜਨਮ ਹੈ, ਨਾ ਸਾਡੀ ਕੋਈ ਚੰਗੀ ਜਾਤ ਹੈ, ਨਾ ਸਾਡਾ ਕੋਈ ਜਪ ਹੈ, ਨਾ ਸਾਡਾ ਕੋਈ ਤਪ ਹੈ। ਜੇ ਸਾਡੇ ਕੋਲ ਇੱਕ ਤਾਕਤ ਹੈ ਤੇ ਉਹ ਇਹ ਹੈ ਵੀ ਤੁਹਾਡਾ ਜਿਹੜਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਗਿਆ ਹੈ ਨਾ, ਇਹ ਸਾਡੇ ਕੋਲ ਸਭ ਤੋਂ ਵੱਡੀ ਤਾਕਤ ਹੈ। ਨਯੋ ਰੰਗ ਥੀਓ ਮਯੋ ਕੀਓ ਸੁਖ ਐਨ ਕੋ। ਸਤਿਗੁਰੂ ਪਾਤਸ਼ਾਹ ਜੀ, ਇਹ ਅੱਜ ਸਾਡਾ ਨਵਾਂ ਜਨਮ ਹੋਇਆ, ਸਤਿਗੁਰ ਕਾ ਜਨਮੈ ਗਵਨ ਮਟਾਇਆ। ਅੱਜ ਤੁਸੀਂ ਸਾਨੂੰ ਅੰਮ੍ਰਿਤ ਛਕਾਇਆ ਨਾ, ਪੰਜਾਂ ਦੇ ਸੀਸ ਲੈ ਕੇ, ਪੰਜਾਂ ਦੇ ਨਾਮ ਬਦਲੇ, ਪੰਜਾਂ ਵਿੱਚ ਰੂਹ ਫੂਕੀ ਹੈ। ਮਹਾਰਾਜ ਇਹ ਸਾਡਾ ਨਵਾਂ ਜਨਮ ਹੋਇਆ ਤੁਹਾਡੀ ਕਿਰਪਾ ਦੇ ਨਾਲ, ਇਹ ਤੁਸੀਂ ਮਿਹਰ ਕੀਤੀ ਹੈ। ਤੇ ਮਹਾਰਾਜ ਮਯੋ ਕੀਓ ਸੁਖ ਐਨ, ਇਹ ਸੁੱਖਾਂ ਦੇ ਘਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਆਪ ਜੀ ਨੇ ਸਾਡੇ ਤੇ ਮਇਆ ਕਹੀਏ ਕਿਰਪਾ ਕੀਤੀ ਹੈ, ਇਹ ਤੁਹਾਡੀ ਕਿਰਪਾ ਹੋਈ ਹੈ। ਇਹ ਸੁੱਖਾਂ ਨੂੰ ਦੇਣ ਵਾਲੇ, ਸੁੱਖਾਂ ਦੇ ਦਾਤੇ, ਗਰੀਬ ਨਵਾਜ ਸਤਿਗੁਰੂ, ਇਹ ਤੁਹਾਡੀ ਕਿਰਪਾ ਸਾਡੇ ਤੇ ਹੋਈ ਹੈ, ਜੋ ਸਾਨੂੰ ਅੰਮ੍ਰਿਤ ਦੇ ਨਾਲ ਤੁਸੀਂ ਨਵਾਜਿਆ ਹੈ। ਜੀਵਨ ਕੇ ਜੀਵ ਵੱਲ ਸੀਵੋ ਸਦੀਵ ਤੁਮ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਜਿੰਨੇ ਵੀ ਜੀਵ ਨੇ ਦੁਨੀਆ ਵਿੱਚ, ਸੰਸਾਰ ਦੇ ਵਿੱਚ, ਉਹਨਾਂ ਜੀਵਾਂ ਨੂੰ ਜਿੰਦਾ ਕਰਨ ਦੀ ਤਾਕਤ ਤੁਹਾਡੇ ਕੋਲ ਹੈ। ਆਪਾਂ ਜਿੰਨੇ ਤੁਰੇ ਫਿਰਦੇ ਹਾਂ, ਸਾਡੀ ਜਿੰਦ ਅੰਦਰ ਸਾਡੇ ਕੰਮ ਕਰਦੀ ਹੈ, ਸਾਡਾ ਸਰੀਰ ਤੁਰਿਆ ਫਿਰਦਾ, ਉਹ ਜਿੰਦ ਦਾ ਮਾਲਕ ਕੌਣ ਹੈ? ਜਿੰਦ ਦਾ ਮਾਲਕ ਹੈ ਪਰਮਾਤਮਾ। ਜਿੰਦ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਉਹਨਾਂ ਦੀ ਸਾਡੇ ਤੇ ਮਿਹਰ ਹੈ ਤੇ ਸਾਡੇ ਸਰੀਰ ਤੁਰੇ ਫਿਰਦੇ। ਇਕੱਲੇ ਸਾਡੇ ਹੀ ਨਹੀਂ, ਪਸ਼ੂ ਪੰਛੀ ਕਿੰਨੇ ਬਣਾਏ, ਪਤਾ ਹੀ ਗਿਣਤੀ ਕੋਈ ਨਹੀਂ ਹੈ ਜੀਵ ਜੰਤੂਆਂ ਦੀ। ਸਾਰੇ ਜੀਵ ਜੰਤੂਆਂ ਦੀ ਤਾਕਤ ਤੁਸੀਂ ਹੋ, ਤੁਸੀਂ ਅੰਦਰ ਬੈਠ ਕੇ ਕਿਰਪਾ ਕਰਦੇ ਹੋ ਤੇ ਉਹ ਜੀਵ ਜੰਤੂ ਚੱਲਦੇ ਫਿਰਦੇ, ਛਕਦੇ ਤੇ ਘੁੰਮਦੇ ਫਿਰਦੇ ਨੇ। ਮਹਾਰਾਜ ਸਾਰੇ ਜੀਵਾਂ ਨੂੰ ਆਪ ਜੀ ਜੀਵਨ ਦੇਣ ਵਾਲੇ ਹੋ। ਬਲ ਸੀਵ ਹੋ ਸਦੀਵ ਤੁਮ, ਤੇ ਬਲ ਦੀ ਸੀਮਾ ਹੋ, ਬਲ ਦੀ ਤਾਕਤ ਹੋ, ਜਿਹਨੂੰ ਆਪ ਜੀ ਆਪਣਾ ਬਲ ਬਖਸ਼ਿਸ਼ ਕਰ ਦਿੰਦੇ ਹੋ। ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸਵਾਹ। ਇਹ ਬਾਣੀ ਦਾ ਬਚਨ ਹੈ। ਜਿਹੜਾ ਕੀੜੇ ਵਰਗਾ ਬਿਲਕੁਲ ਕਮਜ਼ੋਰ ਹੈ, ਜਿਹਦੇ ਵਿੱਚ ਕੋਈ ਤਾਕਤ ਨਹੀਂ, ਜਿਸ ਨੀਚ ਕੋ ਕੋਈ ਨਾ ਜਾਣਾ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀੜ। ਦੁਬਲਾ ਹੋਵੇ, ਕਮਜ਼ੋਰ, ਫੂਕ ਮਾਰਿਆ ਉੱਡਣ ਵਾਲਾ, ਨਾ ਕੋ ਉਹਦੇ ਕੋਲ ਚੰਗਾ ਕੱਪੜਾ ਹੋਵੇ, ਨਾ ਕੋ ਖਾਣ ਵਾਸਤੇ ਰੋਟੀ ਦਾ ਪ੍ਰਸ਼ਾਦਾ ਹੋਵੇ, ਉਹਦੇ ਕੋਲ ਟੋਕਣਾ ਕੋਈ ਵੀ ਹੋਵੇ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੇ,
ਇੱਕ ਵੀ ਦਮੜਾ ਚਵਾਨੀ ਨਾ ਜੇਬ ਵਿੱਚ ਹੋਵੇ। ਨਾ ਕੋ ਦੇਵੈ ਧੀਰ ਸਵਾਰਥ ਸੁਆਓ, ਨਾ ਕੋ ਕਰੈ ਨਾ ਤਿਸ ਹੋਵੈ ਕਾਜ। ਉਹਦੇ ਕੋਲੋਂ ਕੋਈ ਕੰਮ ਦੀ ਉਮੀਦ ਕੀਤੀ ਨਾ ਜਾ ਸਕਦੀ ਹੋਵੇ, ਇਹੋ ਜਿਹਾ ਨਿਕੰਮਾ ਭਾਵੇਂ ਹੋਵੇ। ਪਰ ਮਹਾਰਾਜ ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ। ਜੇ ਉਹਨੂੰ ਪਰਮਾਤਮਾ ਕਿਰਪਾ ਕਰ ਦੇਵੇ ਤੇ ਐਸੇ ਦੁਬਲੇ ਨੂੰ, ਕੰਗਾਲ ਨੂੰ, ਗਰੀਬ ਨੂੰ, ਮਰੇੜੇ ਨੂੰ, ਮਾੜੇ ਨੂੰ ਤਖਤ ਦਾ ਬਾਦਸ਼ਾਹ ਵੀ ਬਣਾ ਸਕਦੇ ਹੋ। ਕੀੜਾ ਥਾਪ ਦੇ ਪਾਤਸ਼ਾਹੀ, ਜਿਹੜਾ ਕੀੜਿਆਂ ਦੇ ਵਾਂਗ ਬਿਲਕੁਲ ਨਿਮਾਣਾ ਹੈ, ਨਤਾਣਾ ਹੈ, ਕਮਜ਼ੋਰ ਹੈ। ਜੇ ਤੁਸੀਂ ਉਸ ਕੀੜੇ ਵਰਗੇ ਕਮਜ਼ੋਰ ਜੀਵ ਦੇ ਉੱਪਰ ਵੀ ਆਪਣੀ ਸ਼ਕਤੀ ਰੱਖ ਦੇਵੋ ਨਾ, ਤੇ ਉਹ ਵੱਡੀਆਂ ਵੱਡੀਆਂ ਫੌਜਾਂ ਨੂੰ ਨਾਸ ਕਰਨ ਦੀ ਸਮਰੱਥਾ ਰੱਖਦਾ, ਵੱਡੇ ਵੱਡੇ ਬਾਦਸ਼ਾਹ ਨੂੰ ਮਿੱਟੀ ਵਿੱਚ ਮਿਲਾ ਸਕਦਾ। ਜਾ ਕੈ ਵਸ ਹੈ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ। ਐਸੀ ਆਪ ਜੀ ਸਮਰੱਥਾ ਦੇ ਮਾਲਕ ਹੋ। ਸਾਰਾ ਬਲ ਸਾਰਿਆਂ ਵਿੱਚ ਆਪ ਜੀ ਦਾ ਹੈ। ਤੀਨ ਲੋਕ ਨਾਥ ਸਭ ਸੁਰਾ ਸੁਰ ਬੰਦਤੇ। ਸਤਿਗੁਰੂ ਪਾਤਸ਼ਾਹ ਜੀ ਆਪ ਤਿੰਨਾਂ ਲੋਕਾਂ ਦੇ ਮਾਲਕ ਹੋ। ਇਹ ਨਿਮਰਤਾ ਹੈ। ਤਿੰਨਾਂ ਲੋਕਾਂ ਦਾ ਮਾਲਕ ਤਾਂ ਕਿਹਾ ਕਿਉਂਕਿ ਦੁਨੀਆ ਨੂੰ ਤਿੰਨਾਂ ਲੋਕਾਂ ਤੱਕ ਗਿਆਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਨੇ ਪਾਤਾਲਾਂ ਪਾਤਾਲ ਲੱਖ ਹੈ ਤੇ ਬੇਗਿਣਤੀ ਨੇ, ਗਿਣਤੀ ਕੋਈ ਨਹੀਂ ਹੈ। ਪਰ ਤਿੰਨਾਂ ਲੋਕਾਂ ਦਾ ਆਮ ਗ੍ਰੰਥਾਂ ਵਿੱਚ ਹਵਾਲਾ ਵੀ ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ। ਕਹਿਣ ਲੱਗੇ ਪਾਤਸ਼ਾਹ ਆਪ ਤਿੰਨਾਂ ਲੋਕਾਂ ਦੇ ਮਾਲਕ ਹੋ। ਮਾਤ ਲੋਕ ਵਿੱਚ ਜਿਹੜੇ ਸਾਡੇ ਵਰਗੇ ਜੀਵ ਨੇ, ਪਤਾਲ ਵਿੱਚ ਜਿਹੜੇ ਬੈਠੇ ਨੇ, ਜਿਹੜੇ ਸਵਰਗ ਵਿੱਚ ਬੈਠੇ ਨੇ, ਤਿੰਨਾਂ ਲੋਕਾਂ ਦੇ ਆਪ ਜੀ ਮਾਲਕ ਹੋ। ਤੀਨ ਲੋਕ ਨਾਥ, ਤਿੰਨਾਂ ਲੋਕਾਂ ਦੇ ਆਪ ਜੀ ਨਾਥ ਕਹੀਏ, ਮਾਲਕ ਹੋ। ਤਿੰਨਾਂ ਲੋਕਾਂ ਵਿੱਚ ਤੁਹਾਡਾ ਹੁਕਮ ਚੱਲਦਾ ਹੈ। ਆਇਸ ਮੈਂ ਪੌਣ ਪਾਣੀ ਆਨ ਕੀ ਕਹਾਣੀ ਕਹਾਂ। ਸਭ ਸੁਰਾ ਸੁਰ ਬੰਦ ਥੇ। ਤੁਹਾਡੇ ਅੱਗੇ ਦੇਵਤੇ ਵੀ ਨਮਸਕਾਰ ਕਰਦੇ ਨੇ, ਤੁਹਾਡੇ ਅੱਗੇ ਦੈਂਤ ਵੀ ਨਮਸਕਾਰ ਕਰਦੇ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ। ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਤੇਗ ਬਹਾਦਰ ਸਿਮਰਿਆ, ਕਰਨਾਉਣ ਦਿਆਵੈ। ਤਾਈ ਪ੍ਰਥਮੈ ਖੰਡਾ ਸਾਜ ਕੈ, ਜਿਨ ਸਭ ਸੰਸਾਰ ਉਪਾਇਆ। ਸਿਰਜੇ ਦਾਨੋ ਦੇਵਤੇ। ਪਰਮਾਤਮਾ ਨੇ ਹੀ ਦੈਂਤ ਪੈਦਾ ਕੀਤੇ, ਪਰਮਾਤਮਾ ਨੇ ਹੀ ਦੇਵਤੇ ਪੈਦਾ ਕੀਤੇ। ਸਿਰਜੇ ਦਾਨੋ ਦੇਵਤੇ। ਦੇਵਤੇ ਵੀ ਤੁਸੀਂ ਪੈਦਾ ਕਰਦੇ ਹੋ, ਦੈਂਤ ਵੀ ਤੁਸੀਂ ਪੈਦਾ ਕਰਦੇ। ਕਦੇ ਦੇਵਤਿਆਂ ਨੂੰ ਬਲ ਦੇ ਦਿੰਦੇ ਹੋ, ਕਦੇ ਦੈਂਤਾਂ ਨੂੰ ਬਲ ਦੇ ਦਿੰਦੇ ਹੋ। ਤੇ ਫਿਰ ਅੱਗੇ ਜਾ ਕੇ ਬਚਨ ਕੀਤਾ, ਤੈਥੋਂ ਹੀ ਬਲ ਰਾਮ ਲੈ। ਦੁਨੀਆ ਵਿੱਚ ਰਾਮਚੰਦਰ ਭਗਵਾਨ ਹੋਏ ਨਾ, ਅਯੁੱਧਿਆ ਨਿਵਾਸੀ, ਦਸ਼ਰਥ ਰਾਜੇ ਦੇ ਪੁੱਤਰ। ਜਦੋਂ ਗਏ ਰਾਵਣ ਦੇ ਨਾਲ ਲੜਨ ਵਾਸਤੇ ਤੇ ਮਹਾਰਾਜ ਉਸ ਨੂੰ ਵੀ ਬਲ ਤੁਸੀਂ ਬਖਸ਼ਿਆ। ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਕਾਇਆ। ਜਿਹੜਾ ਤੀਰ ਵੱਜਾ ਨਾ ਜਾ ਕੇ ਰਾਵਣ ਦੀ ਧੁੰਨੀ ਵਿੱਚ, ਉਹ ਤੀਰ ਵਿੱਚ ਵੀ ਆਪ ਹੀ ਬੈਠੇ ਹੋਏ ਤੇ ਚਲਾਉਣ ਵਾਲੇ ਹੱਥਾਂ ਵਿੱਚ ਬਰਕਤ ਵੀ ਆਪ ਦੇਣ ਵਾਲੇ। ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਰਾਇਆ। ਵੱਡਾ ਦੈਂਤ ਹੈ ਨਾ ਕੰਸ, ਬੜਾ ਵੱਡਾ ਪਾਪੀ ਹੈ। ਕੁਝ ਲੋਕ ਗੁਰਮੁਖੋ ਉਹ ਹੁੰਦੇ ਨੇ ਜਿਹੜੇ ਬਾਹਰਦਿਆਂ ਨੂੰ ਦੁੱਖ ਦਿੰਦੇ ਨੇ, ਪਰ ਘਰਦਿਆਂ ਨੂੰ ਫਿਰ ਵੀ ਉਹ ਥੋੜ੍ਹਾ ਬਹੁਤਾ ਸੁੱਖ ਦੇ ਹੀ ਦਿੰਦੇ। ਪਰ ਕੰਸ ਏਡਾ ਵੱਡਾ ਪਾਪੀ ਸੀ, ਉਹ ਬਾਹਰਦਿਆਂ ਨੂੰ ਵੀ ਦੁੱਖ ਦਿੰਦਾ ਸੀ ਤੇ ਘਰਦਿਆਂ ਨੂੰ ਵੀ। ਸਕੀ ਭੈਣ ਨੂੰ ਉਹਨੇ ਜੇਲ੍ਹ ਵਿੱਚ ਪਾ ਦਿੱਤਾ, ਸਕੀ ਭੈਣ ਨੂੰ ਜੇਲ੍ਹ ਵਿੱਚ ਪਾਇਆ, ਕਾਲ ਕੋਠੜੀ ਵਿੱਚ। ਕਾਹਦੇ ਵਾਸਤੇ? ਵੀ ਜਿਹੜਾ ਪੁੱਤਰ ਇਹਦੇ ਘਰੇ ਆਉਣਾ ਉਹਨੇ ਮੈਨੂੰ ਮਾਰਨਾ ਹੈ। ਮੈਂ ਭੈਣ ਹੀ ਆਪਣੀ ਜੇਲ੍ਹ ਤੋਂ ਬਾਹਰ ਨਹੀਂ ਜਾਣ ਦੇਣੀ। ਜਦੋਂ ਇਹ ਬੱਚੇ ਨੂੰ ਜਨਮ ਦੇਵੇਗੀ ਮੈਂ ਉਦੋਂ ਹੀ ਬੱਚਾ ਮਾਰ ਦਿਆਂ। ਇਸੇ ਤਰ੍ਹਾਂ ਹੀ ਕੀਤਾ। ਜਦੋਂ ਬੱਚੇ ਦਾ ਜਨਮ ਹੋਇਆ ਕਰੇ ਮਾਰ ਦਿਆ ਕਰੇ। 6 ਕੇ 7 ਬੱਚੇ ਮਾਰੇ। ਸਕੀ ਭੈਣ ਦੇ ਪੁੱਤਰ ਧੀਆਂ ਮਾਰੇ। ਭਾਂਜੇ ਲੱਗਦੇ ਸਨ, ਭਾਂਜੀਆਂ ਲੱਗਦੇ। ਇਹੋ ਜਿਹਾ ਪਾਪੀ ਮਾਮਾ ਵੀ ਹੋਵੇਗਾ ਨਾ ਜਿਹੜਾ ਆਪਣੇ ਭਾਂਜਿਆਂ ਨੂੰ ਮਾਰਦਾ ਪਿਆ। ਦੁਨੀਆ ਨੂੰ ਤੇ ਚਲੋ ਮੰਨਿਆ ਵੀ ਕੋਈ ਦੁੱਖ ਦਿੰਦਾ ਦੂਜੇ ਨੂੰ, ਜਿਹੜਾ ਆਪਣਾ ਕੁਝ ਨਹੀਂ ਨਾ ਲੱਗਦਾ। ਥੋੜ੍ਹਾ ਬਹੁਤਾ ਲਾਤਾ ਪਾਉਂਦੇ ਕੰਮ ਵਿੱਚ ਫਸਾਉਂਦੇ ਹੀ ਆ, ਮਾੜਾ ਮੋਟਾ ਤੇ ਉਹਨੂੰ ਤੰਗ ਕਰਦੇ ਹੀ ਆ, ਪਰ ਆਪਣੇ ਨੂੰ ਕੋਈ ਨਹੀਂ ਕਰਦਾ। ਆਪਣਾ ਭਾਵੇਂ ਕਿੰਨਾ ਵੀ ਵਿਗੜਿਆ ਹੋਵੇ ਉਹਨੂੰ ਪਿਆਰ ਕਰਦੇ। ਪਰ ਇਹ ਕੰਸ ਇਹੋ ਜਿਹਾ ਸੀ ਜਿਹਨੇ ਬਾਹਰਦਿਆਂ ਨੂੰ ਤੇ ਦੁੱਖ ਦਿੱਤਾ ਹੀ ਹੋਇਆ ਸੀ, ਉਹਨੇ ਆਪਣੇ ਘਰੇ ਵੀ ਦੁੱਖ ਹੀ ਦਿੱਤਾ ਹੋਇਆ ਸੀ। ਆਪਣੀ ਭੈਣ ਦੇ ਬੱਚੇ ਮਾਰਦਾ।
ਤੇ ਜਿਸ ਦਿਨ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਨਾ, ਤੇ ਉਸ ਦਿਨ ਭਗਵਾਨ ਕ੍ਰਿਸ਼ਨ ਦੇ ਪਿਤਾ ਜੀ ਉਹਨਾਂ ਨੂੰ ਟੋਕਰੀ ਵਿੱਚ ਪਾ ਕੇ ਨਾ ਤੇ ਜੇਲ੍ਹ ਦਾ ਕਹਿੰਦੇ ਵੀ ਦਰਵਾਜ਼ੇ ਖੁੱਲ੍ਹ ਗਏ ਤੇ ਜਮਨਾ ਪਾਰ ਕਰਕੇ ਤੇ ਨਾਲ ਦੇ ਪਿੰਡ ਛੱਡ ਆਏ। ਤੇ ਨਾਲ ਦੇ ਪਿੰਡ ਕਿਸੇ ਦੇ ਘਰੇ ਲੜਕੀ ਜਨਮੀ ਸੀ ਤਾਂ ਲੜਕੀ ਲਿਆ ਕੇ ਉੱਥੇ ਰੱਖ ਲਈ, ਜੇਲ੍ਹ ਵਿੱਚ ਲੈ ਆਂਦੀ। ਕਹਿਣ ਲੱਗੇ ਜਦੋਂ ਰਾਵਣ ਆਇਆ ਨਾ ਕੰਸ ਮਾਰਨ ਵਾਸਤੇ, ਵੀ ਮੈਨੂੰ ਤੇ ਕਿਸੇ ਨੇ ਕਿਹਾ ਸੀ ਵੀ ਪੁੱਤਰ ਹੀ ਹੋਵੇਗਾ, 7ਵਾਂ ਪੁੱਤਰ ਕਿ 8ਵਾਂ ਪੁੱਤਰ ਲਿਖਿਆ ਵੀ ਉਹ ਤੇਰਾ ਮੌਤ ਦਾ ਕਾਰਨ ਬਣੇਗਾ, ਪਰ ਇਹ ਪੁੱਤਰ ਨਹੀਂ, ਇਹ ਲੜਕੀ ਹੋਈ ਹੈ। ਮਨ ਵਿੱਚ ਹੈਰਾਨ ਹੋਇਆ, ਪਰ ਫਿਰ ਵੀ ਜਦੋਂ ਮਾਰਨ ਲੱਗਾ ਨਾ ਤੇ ਫਿਰ ਆਕਾਸ਼ ਦੇ ਵਿੱਚੋਂ ਆਵਾਜ਼ ਆਈ, ਕਹਿਣ ਲੱਗੇ ਕੰਸ ਨੂੰ ਕੁਝ ਨਹੀਂ ਹੋਣਾ, ਇਹਨੂੰ ਮਾਰਿਆ ਕੁਝ ਨਹੀਂ ਹੋਣਾ, ਜਿਹਨੇ ਤੈਨੂੰ ਮਾਰਨਾ ਉਹ ਇੱਥੋਂ ਨਿਕਲ ਚੁੱਕਿਆ, ਜੇਲ੍ਹ ਚੋਂ ਚਲਾ ਗਿਆ ਤੇ ਵਟਾਇਆ ਗਿਆ ਉਹਦੇ ਨਾਲ। ਹੁਣ ਗੁਰਮੁਖੋ ਕੰਸ ਰਾਜਾ ਹੈ ਨਾ, ਰਾਜਾ ਐਡੀ ਛੇਤੀ ਹਾਰ ਥੋੜ੍ਹੀ ਮੰਨੇਗਾ। ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ, ਕਹਿਣ ਲੱਗਾ ਵੀ ਰਾਤੋਂ ਰਾਤ ਜਵਾਕ ਕਿੰਨੀ ਕੁ ਦੂਰ ਚਲਾ ਗਿਆ ਹੋਵੇਗਾ, 1 ਪਿੰਡ 2 ਪਿੰਡ 4 ਪਿੰਡ ਲੰਘ ਕੇ ਬੰਦਾ ਰਾਤ ਨੂੰ ਗਿਆ ਹੈ, ਛੱਡ ਕੇ ਵਾਪਸ ਵੀ ਮੁੜਿਆ, ਪੈਦਲ ਕਿੰਨਾ ਕੁ ਬੰਦਾ ਚੱਲ ਜਾਏਗਾ। ਮੇਰੇ ਦੇਸ਼ ਦੇ ਵਿੱਚ ਜਿੰਨੇ ਪਿੰਡ ਨੇ ਤੇ ਜਿੰਨਿਆਂ ਪਿੰਡਾਂ ਵਿੱਚ ਬੱਚੇ ਜੰਮੇ ਨੇ, 1 ਦਿਨ ਦੇ 2 ਦਿਨ ਦੇ 4 ਦਿਨ ਦੇ ਹਫ਼ਤੇ ਦੇ 10 ਦਿਨਾਂ ਦੇ ਮਹੀਨੇ ਦੇ, ਸਾਰੇ ਬੱਚੇ ਇਕੱਠੇ ਕਰਕੇ ਕਤਲ ਕਰ ਦਿਓ, ਸਾਰੇ ਹੀ ਮਾਰ ਦਿਓ, ਕੋਈ ਨਾ ਬਚੇ। ਉਹਨਾਂ ਸਾਰਿਆਂ ਵਿੱਚ ਤੇ ਕੋ ਹੋਵੇਗਾ ਨਾ ਜਿਹਨੇ ਮੈਨੂੰ ਮਾਰਨਾ। ਇਹ ਕੰਸ ਦਾ ਹੁਕਮ ਹੈ। ਤੇ ਸਿਪਾਹੀਆਂ ਨੇ ਰਾਜੇ ਦਾ ਹੁਕਮ ਮੰਨਿਆ। ਘਰਾਂ ਦੇ ਵਿੱਚੋਂ ਨਿੱਕੇ ਨਿੱਕੇ ਬੱਚੇ ਮਾਵਾਂ ਕੋਲੋਂ ਖੋ ਖੋ ਕੇ, ਕੋਈ 1 ਦਿਨ ਦਾ, ਕੋਈ 2 ਦਿਨ ਦਾ, ਕੋਈ 10 ਦਿਨ ਦਾ, ਦੁੱਧ ਪੀਣੇ ਬੱਚੇ। ਉਹਨਾਂ ਨੂੰ ਤੇ ਪਤਾ ਵੀ ਨਹੀਂ ਵੀ ਰਾਜਾ ਕੌਣ ਹੈ ਤੇ ਕੰਸ ਕੌਣ ਹੈ ਤੇ ਸਾਡੇ ਨਾਲ ਹੋਣ ਕੀ ਲੱਗਾ। ਸਾਰੇ ਛੋਟੇ ਬੱਚੇ ਕਤਲ ਕਰਵਾ ਦਿੱਤੇ। ਏਡਾ ਵੱਡਾ ਪਾਪੀ ਸੀ ਕੰਸ। ਆਪਣੇ ਇੱਕ ਭਾਂਜੇ ਨੂੰ ਮਾਰਨ ਵਾਸਤੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਦੇ ਲਹੂ ਦੇ ਨਾਲ ਹੱਥ ਧੋਤੇ। ਤੇ ਫਿਰ ਜਦੋਂ ਸਮਾਂ ਆਇਆ ਨਾ ਉਹਦੇ ਪਾਪ ਦਾ ਘੜਾ ਭਰਿਆ, ਕਿਉਂਕਿ ਸਮਾਂ ਹੁੰਦਾ ਨਾ, ਜਦੋਂ ਸਮਾਂ ਆਇਆ ਹੁਣ ਉਹਦੀ ਵਾਰੀ ਆਈ ਹੈ। ਬਚਾ ਤੇ ਬੜਾ ਕਰਦਾ, ਪਰ ਜਦੋਂ ਮੌਤ ਆ ਜਾਵੇ ਨਾ ਉਦੋਂ ਕੋਈ ਬਚਾ। ਮਹਾਰਾਜ ਕਹਿਣ ਲੱਗੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਬਚਾ ਵੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਰੱਬ ਨੇ ਮਾਰਨਾ ਨਹੀਂ। ਜਦੋਂ ਉਹਨੇ ਮਾਰਨਾ ਕੋਈ ਬਚਾ ਨਹੀਂ ਜੇ ਕੰਮ ਆਉਂਦਾ। ਡਾਕਟਰ ਨੂੰ ਨਬਜ਼ ਨਹੀਂ ਲੱਭਦੀ ਉਸ ਵੇਲੇ ਟੀਕਾ ਲਾਉਣ ਵੇਲੇ ਵੀ ਨਾੜ ਕਿੱਥੇ ਆ। ਜਦੋਂ ਉਹਨੇ ਮਾਰਨਾ ਹੈ ਨਾ ਉਦੋਂ ਕੁਛ ਨਹੀਂ ਲੱਭਣਾ। ਤੇ ਕਹਿਣ ਲੱਗੇ ਫਿਰ ਪਰਮਾਤਮਾ ਨੇ ਆਖਿਆ ਵੀ ਇਹ ਪਾਪੀ ਦਾ ਹੁਣ ਨਾਸ ਕਰਨਾ ਚਾਹੀਦਾ। ਤੇ ਭਗਵਾਨ ਕ੍ਰਿਸ਼ਨ ਜੀ ਵੀ ਉਦੋਂ ਬੱਚੇ ਹੀ ਨੇ, ਕੋਈ ਇਹ ਨਹੀਂ ਵੀ ਬੜੇ ਵੱਡੇ ਸਨ, ਜੇ ਛੋਟੇ ਸਨ ਬਚਪਨ ਦੇ ਵਿੱਚ ਹੀ ਸਨ। ਤੇ ਪਰ ਪ੍ਰਮਾਤਮਾ ਨੇ ਬਾਲੀ ਇੰਨਾ ਬਖਸ਼ਿਆ। ਕੰਸ ਇੱਕ ਸਮੇਂ ਦਾ ਪਹਿਲਵਾਨ ਸੀ, ਬਲੇਡਾ ਵੱਡਾ ਤਗੜੇ ਸਰੀਰ ਦਾ ਸੀ। ਵੱਡੇ ਵੱਡੇ ਪਹਿਲਵਾਨਾਂ ਦੀ ਉਹ ਗੋਡੀਆਂ ਲਵਾ ਦਿੰਦਾ ਸੀ। ਭਗਵਾਨ ਕ੍ਰਿਸ਼ਨ ਨੇ ਤੀਰ ਦੇ ਨਾਲ ਜਾਂ ਤਲਵਾਰ ਦੇ ਨਾਲ ਕੰਸ ਨੂੰ ਨਹੀਂ ਮਾਰਿਆ। ਘੋਲ ਕਰਨ ਵਾਲੇ ਅਖਾੜੇ ਵਿੱਚ ਘੁਲ ਘੁਲ ਕੇ, ਕੁਸ਼ਤੀ ਕਰ ਕਰਕੇ, ਮੁਕੀਆਂ ਮਾਰ ਮਾਰ ਕੇ, ਛਾਤੀ ਤੇ ਇੰਨੇ ਘਸੁੰਨ ਮਾਰੇ ਥੱਲੇ ਸੁੱਟ ਕੇ ਵੀ ਉਹਦੀ ਛਾਤੀ ਫੇਹ ਦਿੱਤੀ ਮਾਰ ਮਾਰ ਕੇ ਮੁਕੀਆਂ ਦੇ ਨਾਲ, ਘਸੁੰਨਾਂ ਦੇ ਨਾਲ। ਮਹਾਰਾਜ ਕਹਿਣ ਲੱਗੇ ਤੈਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਉਹਦੇ ਸਿਰ ਦੇ ਵਾਲਾਂ ਤੋਂ ਫੜ ਫੜ ਕੇ ਚੁੱਕ ਚੁੱਕ ਕੇ ਥੱਲੇ ਸੁੱਟਿਆ। ਇੱਥੇ ਬਚਨ ਆ ਗਿਆ। 5 ਪਿਆਰੇ ਕਹਿੰਦੇ ਪੈ, ਕਹਿੰਦੇ ਮਹਾਰਾਜ ਆਪ ਜੀ ਨੂੰ ਸਭ ਸੁਰਾਂ ਸੁਰ ਬੰਦਤੇ। ਦੇਵਤੇ ਵੀ ਤੁਹਾਨੂੰ ਨਮਸਕਾਰ ਕਰਦੇ, ਦੈਂਤ ਵੀ ਕਰਦੇ ਪਏ, ਕਿਉਂਕਿ ਉਹਨਾਂ ਨੂੰ ਪਤਾ ਹੈ ਦੇਵਤਿਆਂ ਨੂੰ ਬਲ ਵੀ ਤੁਸੀਂ ਦਿੰਦੇ ਪਏ ਹੋ, ਦੈਂਤਾਂ ਨੂੰ ਵੀ ਤੁਸੀਂ ਦਿੰਦੇ ਪਏ ਹੋ। ਜਿਹੜੇ ਸਮੇਂ ਦੇ ਅਵਤਾਰ ਨੇ ਉਹਨਾਂ ਨੂੰ ਵੀ ਬਲ ਆਪ ਬਖਸ਼ਿਸ਼ ਕਰਨ ਵਾਲੇ ਹੋ। ਪ੍ਰਥਮੈ ਖੰਡਾ ਸਾਜ ਕਹਿ ਜਿਨ ਸਭ ਸੰਸਾਰ ਉਪਾਇਆ, ਸਿਰਜੇ ਦਾਨੋ ਦੇਵਤੇ। ਇਹ ਮਹਾਰਾਜ ਦੇ ਬਚਨ ਨੇ। ਇੱਥੇ 5 ਪਿਆਰੇ ਸਾਹਿਬਾਨ ਇਹ ਬੇਨਤੀ ਕਰਦੇ ਪਏ ਹਨ। ਇਸ ਮੈਂ ਪੌਣ ਪਾਣੀਆਂ ਕੀ ਕਹਾਣੀ ਕਹਾਂ। ਸੋ ਗੁਰਮੁਖੋ ਇਹ 5 ਪਿਆਰਿਆਂ ਦੀਆਂ ਬੇਨਤੀਆਂ ਹਾਲੇ ਮੁੱਕਣ ਨਹੀਂ ਲੱਗੀਆਂ। ਅਜੇ ਤੇ ਹੋਰ ਬੇਨਤੀ ਕਰਨਗੇ ਵੀ ਮਹਾਰਾਜ ਤੁਹਾਡੇ ਹੁਕਮ ਦੇ ਵਿੱਚ, ਤੁਹਾਡੀ ਰਜ਼ਾ ਵਿੱਚ ਇਹ ਸਾਰਾ ਕੁਝ ਹੈ, ਅਸੀਂ ਤੁਹਾਨੂੰ ਅੰਮ੍ਰਿਤ ਕਿਵੇਂ ਛਕਾ ਸਕਦੇ ਹਾਂ। 5 ਪਿਆਰੇ ਸਾਹਿਬਾਨ ਕਿਹੜੀਆਂ ਕਿਹੜੀਆਂ ਹੋਰ ਬੇਨਤੀਆਂ ਕਰਨਗੇ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮਾਂ ਆਪਣਾ ਸਮਾਪਤ ਹੋ ਗਿਆ। ਭੁੱਲਾਂ ਚੁੱਕਾਂ ਦੀ ਮੁਆਫੀ। ਲੇਖੈ ਕਤਹਿ ਨਾ ਛੁਟੀਐ, ਖਨ ਭੁੱਲਣ ਹਾਰ ਬਖਸ਼ਨਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।